हाँ जी प्यारे साथियों सत श्री अकाल साਰਿਆਂ ਨੂੰ ਵੈਲਕਮ ਆ ਅੱਜ ਦੀ ਕਲਾਸ ਦੇ ਵਿੱਚ ਸਾਰਿਆਂ ਦਾ ਬਹੁਤ-ਬਹੁਤ ਤੇ ਅੱਜ ਆਪਣੀ ਏਸ਼ੀਅਨ ਹਿਸਟਰੀ ਦੀ 8ਵੀਂ ਕਲਾਸ ਹੈਗੀ ਆ ਠੀਕ ਆ ਇਸ ਤੋਂ ਪਹਿਲਾਂ ਆਪਾਂ 7 ਕਲਾਸਾਂ ਲਾ ਚੁੱਕੇ ਆ ਠੀਕ ਆ ਤੇ ਮੇਰੀ ਇੱਕ ਫਰੈਂਡ ਵੱਲੋਂ ਮੈਸੇਜ ਆਇਆ ਸੀਗਾ ਕਿ ਦੀਦੀ ਤੁਸੀਂ ਏਸ਼ੀਅਨ ਹਿਸਟਰੀ ਦੀਆਂ ਜਿੰਨੀਆਂ ਵੀ ਕਲਾਸਾਂ ਹੁਣ ਤੱਕ ਲਾਈਆਂ ਤੁਸੀਂ ਉਹਨਾਂ ਦੀ ਪਲੇਲਿਸਟ ਬਣਾ ਦਿਓ ਤੇ ਬਿਲਕੁਲ ਉਹ ਪਲੇਲਿਸਟ ਜਿਹੜੀ ਹੈਗੀ ਉਹ ਰੈਡੀ ਕਰ ਦਿੱਤੀ ਗਈ ਆ ਕਲਾਸ ਨੰਬਰ 1 ਤੋਂ ਲੈ ਕੇ 7 ਤੱਕ ਸੀਕੁਐਂਸ ਵਾਈਜ਼ ਜਿਹੜਾ ਵਾ ਉਹ ਮੈਂ ਅਰੇਂਜ ਕਰਕੇ ਪਲੇਲਿਸਟ ਬਣਾ ਦਿੱਤੀ ਆ ਉਹਦੇ ਨਾਲ ਤੁਹਾਨੂੰ ਜਿਹੜਾ ਵਾ ਸਮਝਣ ਦੇ ਵਿੱਚ ਤੇ ਨੋਟਸ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਕਿ ਸੌਖੇ ਤਰੀਕੇ ਨਾਲ ਤੁਸੀਂ ਨੋਟਸ ਵੀ ਬਣਾ ਸਕਦੇ ਹੋ ਤੇ ਤੁਸੀਂ ਸਮਝ ਵੀ ਸਕਦੇ ਹੋ ਠੀਕ ਆ ਉਹ ਪਲੇਲਿਸਟ ਤੁਸੀਂ ਜਾ ਕੇ ਚੈੱਕ ਕਰ ਲੈਣਾ ਠੀਕ ਆ ਤੇ ਅੱਜ ਆਪਣੀ 8th ਕਲਾਸ ਹੈਗੀ ਆ ਠੀਕ ਆ ਜਦੋਂ ਹੁਣ ਆਪਾਂ ਪਲੇਲਿਸਟ ਇਕੱਠੀ ਬਣਾ ਦਾਂਗੇ ਠੀਕ ਆ ਜਦੋਂ ਆਪਣੀ ਏਸ਼ੀਅਨ ਹਿਸਟਰੀ ਕੰਪਲੀਟ ਹੋ ਗਈ ਤੇ ਇਹਦੀ ਵੀ ਆਪਾਂ ਪਲੇਲਿਸਟ ਬਣਾ ਦਾਂਗੇ ਠੀਕ ਆ ਤੇ ਆਪਾਂ ਨਾ ਮਤਲਬ ਵੈਦਿਕ ਸੱਭਿਅਤਾ ਸਟਾਰਟ ਕੀਤਾ ਹੋਇਆ ਸੀ ਮੈਂ ਤੁਹਾਨੂੰ ਦੱਸਿਆ ਕਿ ਵੈਦਿਕ ਸੱਭਿਅਤਾ ਨੂੰ ਆਪਾਂ ਹਿਸਟੋਰਿਕ ਪੀਰੀਅਡ ਦੇ ਵਿੱਚ ਰੱਖਦੇ ਹਾਂ ਠੀਕ ਆ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਕਾਲ ਕ੍ਰਮ ਕੀਤਾ ਸੀ ਮੈਂ ਵਾਰੀ-ਵਾਰੀ ਚੀਜ਼ਾਂ ਤਾਂ ਬੋਲਦੀ ਹਾਂ ਕਿ ਤੁਹਾਨੂੰ ਰਿਵਾਈਜ਼ ਹੋ ਜਾਣ ਚੀਜ਼ਾਂ ਕਿ ਤੁਹਾਨੂੰ ਬਾਰ-ਬਾਰ ਰੱਟਾ ਨਾ ਲਾਉਣਾ ਪਵੇ ਠੀਕ ਆ ਜਦੋਂ ਆਪਾਂ ਭਾਰਤੀ ਇਤਿਹਾਸ ਦਾ ਕਾਲ ਕ੍ਰਮ ਕੀਤਾ ਸੀ ਤਾਂ ਉਹਦੇ ਵਿੱਚ ਆਪਾਂ 3 ਕਾਲਾਂ ਦੇ ਵਿੱਚ ਹਿਸਟਰੀ ਨੂੰ ਵੰਡਿਆ ਸੀ ਠੀਕ ਆ ਤੇ ਜਦੋਂ ਆਪਾਂ ਪ੍ਰੀ ਹਿਸਟੋਰਿਕ ਪੀਰੀਅਡ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਰੱਖਦੇ ਸੀ ਸਟੋਨ ਏਜ ਨੂੰ ਕਿਉਂਕਿ ਜਿਹਦੇ ਵਿੱਚ ਸਾਨੂੰ ਭਾਸ਼ਾ ਨਹੀਂ ਮਿਲਦੀ ਸੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਸਿੰਧੂ ਘਾਟੀ ਸੱਭਿਅਤਾ ਦੀ ਭਾਸ਼ਾ ਸਾਨੂੰ ਮਿਲੀ ਪਰ ਪੜ੍ਹੀ ਨਹੀਂ ਜਾ ਸਕੀ ਉਹਨੂੰ ਆਪਾਂ ਕਹਿ ਲਓ ਵੀ ਪ੍ਰੋਟੋ ਹਿਸਟੋਰਿਕ ਪੀਰੀਅਡ ਦੇ ਵਿੱਚ ਰੱਖਦੇ ਸੀ ਠੀਕ ਆ ਉਸ ਤੋਂ ਬਾਅਦ ਸਾਡੀ ਆ ਜਾਂਦੀ ਆ ਵੈਦਿਕ ਸੱਭਿਅਤਾ ਠੀਕ ਆ ਜਿਹਦੇ ਵਿੱਚ ਸਾਨੂੰ 4 ਵੇਦ ਮਿਲਦੇ ਆ ਠੀਕ ਆ ਤੇ ਇਹ ਸਾਨੂੰ ਭਾਸ਼ਾ ਮਿਲ ਵੀ ਗਈ ਤੇ ਪੜ੍ਹੀ ਵੀ ਜਾ ਸਕੀ ਠੀਕ ਆ ਇਹ ਹੈਗੀ ਸਾਡੀ ਵੈਦਿਕ ਸੱਭਿਅਤਾ ਤੇ ਇਹੀ ਸਾਡਾ ਹੈਗਾ ਵਾ ਹਿਸਟੋਰਿਕ ਪੀਰੀਅਡ ਤੇ ਵੈਦਿਕ ਸੱਭਿਅਤਾ ਦੀ ਆਪਾਂ ਇੱਕ ਕਲਾਸ ਲਾ ਚੁੱਕੇ ਹਾਂ ਤੇ ਅੱਜ ਉਹਦੀ ਦੂਜੀ ਕਲਾਸ ਆ ਵੈਸੇ ਸੀਕੁਐਂਸ ਵਾਈਜ਼ 8ਵੀਂ ਕਲਾਸ ਆ ਪਰ ਜੇ ਆਪਾਂ ਵੈਦਿਕ ਸੱਭਿਅਤਾ ਦੀ ਗੱਲ ਕਰੀਏ ਤੇ ਵੈਦਿਕ ਸੱਭਿਅਤਾ ਦੀ ਅੱਜ ਦੂਜੀ ਕਲਾਸ ਹੈਗੀ ਆ ਠੀਕ ਆ ਇਹਦੇ ਵਿੱਚ ਆਪਾਂ ਰਿਗਵੇਦ ਬਾਰੇ ਪੜ੍ਹਨਾ ਵਾ ਠੀਕ ਆ ਰਿਗਵੇਦ ਬਾਰੇ ਪੜ੍ਹਨਾ ਵਾ ਸਭ ਤੋਂ ਪਹਿਲਾਂ ਆਪਾਂ ਰਿਗਵੇਦ ਦਾ ਰਾਜਨੀਤਿਕ ਪੱਖ ਦੇਖਾਂਗੇ ਠੀਕ ਆ ਮੈਂ ਤੁਹਾਨੂੰ ਬਾਰ-ਬਾਰ ਕਹਿ ਦਿੰਨੀ ਇਹ ਚੀਜ਼ ਵੀ ਤੁਹਾਨੂੰ ਰਿਗਵੇਦ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਠੀਕ ਆ 1028 ਮੈਂ ਤੁਹਾਨੂੰ ਸੂਤਕ ਕਰਵਾਏ ਸੀ ਵੀ 1028 ਰਿਗਵੇਦ ਦੇ ਸੂਤਕ ਆ ਠੀਕ ਆ 1000 ਤੇ 500 ਇਹਦੇ ਮੰਤਰ ਆ 10 ਇਹਦੇ ਮੰਡਲ ਆ ਠੀਕ ਆ ਉੱਥੋਂ ਵੀ ਆਪਾਂ ਨੂੰ MCQ ਜਿਹੜਾ ਆ ਜਾਂਦਾ ਪਰ ਜੇ ਉਹਨਾਂ ਨੇ ਬਰੀਕੀ ਦੇ ਨਾਲ ਆਪਾਂ ਨੂੰ ਰਿਗਵੇਦ ਦੇ ਵਿੱਚੋਂ ਕੁਐਸਚਨ ਪੁੱਛਣਾ ਹੋਵੇ ਤਾਂ ਆਪਾਂ ਨੂੰ ਰਿਗਵੇਦ ਦੇ ਵਿੱਚੋਂ ਇੱਥੋਂ MCQ ਬਣਨੇ ਆ ਸੋ ਧਿਆਨ ਨਾਲ ਸੁਣਨਾ ਸਾਰਿਆਂ ਨੇ ਜੇ ਆਪਾਂ ਰਾਜਨੀਤਿਕ ਪੱਖ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਕੀ ਸੀ ਰਾਜਨ ਤੋਂ ਛੋਟਾ ਪ੍ਰੋਹਿਤ ਤੋਂ ਛੋਟਾ ਸੈਨਾਨੀ ਤੇ ਸੈਨਾਨੀ ਤੋਂ ਛੋਟਾ ਗ੍ਰਾਮਣੀ ਯਾਨੀ ਕਿ ਜਿਹੜਾ ਰਾਜਨ ਹੀ ਇਹ ਤੇ ਵੱਡਾ ਸਾਮਰਾਜ ਆ ਗਿਆ ਪ੍ਰੋਹਿਤ ਯਾਨੀ ਕਿ ਇਹ ਜਿੱਦਾਂ ਜ਼ਿਲ੍ਹੇ ਹੁੰਦੇ ਉਦਾਂ ਆ ਗਿਆ ਸੈਨਾਨੀ ਯਾਨੀ ਕਿ ਜਿਹੜੇ ਛੋਟੇ ਛੋਟੇ ਕਸਬੇ ਨਗਰ ਹੁੰਦੇ ਆ ਗ੍ਰਾਮਣੀ ਯਾਨੀ ਜਿਹੜੇ ਪਿੰਡ ਹੁੰਦੇ ਸੀ ਠੀਕ ਆ ਏਦਾਂ ਦੇਖੋ ਸਭ ਤੋਂ ਵੱਡਾ ਰਾਜਨ ਉਹਦੇ ਤੋਂ ਛੋਟਾ ਪ੍ਰੋਹਿਤ ਉਹਦੇ ਤੋਂ ਛੋਟਾ ਸੈਨਾਨੀ ਤੇ ਉਦੋਂ ਤੋਂ ਛੋਟਾ ਗ੍ਰਾਮਣੀ ਮੈਂ ਉਸੇ ਤਰੀਕੇ ਦੇ ਨਾਲ ਲਿਖਿਆ ਹੋਇਆ ਵਿਸ਼ ਕੀ ਹੁੰਦਾ ਸੀ ਵਿਸ਼ ਇੱਕ ਕਹਿ ਲਓ ਵੀ ਕੋਈ ਨਗਰ ਹੁੰਦਾ ਸੀ ਛੋਟਾ ਜਿੱਥੇ ਕੋ 2-4 ਘਰ ਜਾਂ ਥੋੜੇ ਲੋਕ ਰਹਿੰਦੇ ਸੀ ਉਹਨੂੰ ਵਿਸ਼ ਕਹਿ ਦਿੰਦੇ ਸੀ ਵਿਸ਼ ਦੇ ਪਤੀ ਨੂੰ ਯਾਨੀ ਕਿ ਵਿਸ਼ ਪਤੀ ਮਤਲਬ ਹਸਬੈਂਡ ਨਹੀਂ ਕਹਿਣ ਦਾ ਭਾਵ ਇਹ ਵੀ ਜਿਹੜਾ ਵਿਸ਼ ਦਾ ਮੁਖੀਆ ਸੀ ਉਹਨੂੰ ਕੀ ਕਹਿੰਦੇ ਸੀ ਵਿਸ਼ਪਤੀ ਕਹਿੰਦੇ ਸੀ ਠੀਕ ਆ ਉਸ ਤੋਂ ਬਾਅਦ ਵਿਸ਼ ਤੋਂ ਛੋਟਾ ਕੀ ਆ ਜਾਂਦਾ ਸੀ ਗ੍ਰਾਮ ਤੇ ਗ੍ਰਾਮ ਦਾ ਮੁਖੀ ਕੌਣ ਹੁੰਦਾ ਸੀ ਗ੍ਰਾਮਣੀ ਠੀਕ ਆ ਗ੍ਰਾਮ ਨੂੰ ਕੁੱਲ ਵਿੱਚ ਵੰਡਿਆ ਜਾਂਦਾ ਸੀ ਠੀਕ ਆ ਗ੍ਰਾਮ ਨੂੰ ਵੀ ਅੱਗੋਂ ਕੁੱਲ ਦੇ ਵਿੱਚ ਵੰਡਿਆ ਜਾਂਦਾ ਸੀ ਤੇ ਫਿਰ ਕੁੱਲ ਦਾ ਜਿਹੜਾ ਮੁਖੀਆ ਹੁੰਦਾ ਸੀ ਉਹਨੂੰ ਕੀ ਕਿਹਾ ਜਾਂਦਾ ਸੀ ਕੁੱਲਪਤੀ ਇਹ ਬਹੁਤ ਈਜ਼ੀ ਆ ਠੀਕ ਆ ਵਿਸ਼ ਤੋਂ ਯਾਦ ਰੱਖ ਲਿਓ ਵਿਸ਼ਪਤੀ ਤੇ ਵਿਸ਼ ਤੋਂ ਛੋਟਾ ਗ੍ਰਾਮ ਤੇ ਗ੍ਰਾਮ ਦਾ ਮੁਖੀਆ ਗ੍ਰਾਮਣੀ ਗ੍ਰਾਮ ਤੋਂ ਗ੍ਰਾਮਣੀ ਠੀਕ ਆ ਗ੍ਰਾਮ ਤੋਂ ਛੋਟਾ ਕੁੱਲ ਤੇ ਕੁੱਲ ਦਾ ਮੁਖੀ ਕੁੱਲਪਤੀ ਠੀਕ ਆ ਇਹਦੇ ਵਿੱਚ ਕੁਝ ਜ਼ਿਆਦਾ ਮਤਲਬ ਕਿ ਰੱਟੇ ਰੁੱਟੇ ਵਾਲੀ ਗੱਲ ਨਹੀਂ ਹੈਗੀ ਇਹ ਤੁਹਾਨੂੰ ਵੈਸੇ ਵੀ ਸਮਝ ਆ ਜਾਣਾ ਵਾ ਠੀਕ ਆ ਬਸ ਤੁਸੀਂ ਆਹ ਯਾਦ ਰੱਖਿਓ ਸਭ ਤੋਂ ਵੱਡਾ ਰਾਜਨ ਤੋਂ ਛੋਟਾ ਪ੍ਰੋਹਿਤ ਤੇ ਪ੍ਰੋਹਿਤ ਤੋਂ ਛੋਟਾ ਸੈਨਾਨੀ ਤੇ ਸੈਨਾਨੀ ਤੋਂ ਛੋਟਾ ਗ੍ਰਾਮਣੀ ਠੀਕ ਆ ਉਸ ਤੋਂ ਬਾਅਦ ਆ ਜਾਂਦੀਆਂ ਵਾ ਸਾਡੀਆਂ ਇਹ 3 ਚੀਜ਼ਾਂ ਆ ਜਿਹੜੀ ਸਭਾ ਤੇ ਸਿਮਤੀ ਆ ਨਾ ਇਹ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਆ ਰਿਗਵੇਦ ਦੇ ਵਿੱਚ ਆਏ ਠੀਕ ਆ ਰਿਗਵੇਦ ਦੇ ਵਿੱਚ ਸਭਾ ਸਮਿਤੀ ਦੀ ਜਿਹੜੀ ਗੱਲ ਕੀਤੀ ਗਈ ਆ ਰਿਗਵੇਦ ਦੇ ਵਿੱਚ ਸਭਾ ਬਾਰੇ ਉਹਨਾਂ ਨੇ ਕੀ ਲਿਖਿਆ ਸਭਾ ਕਹਿੰਦੀ ਆ ਵੀ ਜਿਹੜੀ ਸਭਾ ਸੀ ਨਾ ਇਹ ਪਿੰਡ ਦੇ ਵੱਡੇ ਮਾਹਿਰ ਲੋਕ ਜਿਹੜੇ ਹੁੰਦੇ ਸੀ ਉਹਨਾਂ ਦੀ ਸਭਾ ਹੁੰਦੀ ਸੀ ਇਹਦੇ ਵਿੱਚ ਔਰਤਾਂ ਦੀ ਭਾਗੀਦਾਰੀ ਨਹੀਂ ਸੀ ਹੁੰਦੀ ਮੈਂ ਕ੍ਰਾਸ ਲਾਇਆ ਹੋਇਆ ਵਾ ਠੀਕ ਆ ਔਰਤਾਂ ਦੀ ਭਾਗੀਦਾਰੀ ਨਹੀਂ ਸੀ ਇਹਦੇ ਵਿੱਚ ਠੀਕ ਆ ਇਹਨਾਂ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਜਿਹੜੀ ਆ
ਉਹ ਨਹੀਂ ਸੀ ਹੈਗੀ, ਠੀਕ ਆ। ਇਹਨੂੰ ਨਿਆਂ ਕਰਨ ਦਾ ਹੱਕ ਸੀ, ਜਿਹੜੀ ਸਭਾ ਸੀ ਇਹਨੂੰ ਨਿਆਂ ਕਰਨ ਦਾ ਹੱਕ ਸੀ, ਕਿਉਂਕਿ ਪਿੰਡ ਦੇ ਵੱਡੇ ਮਾਹਿਰਾਂ ਦੀ ਸਭਾ ਹੁੰਦੀ ਸੀ ਇਹ। ਪਰ ਇਹਦੇ ਵਿੱਚ ਔਰਤਾਂ ਭਾਗ ਨਹੀਂ ਸੀ ਲੈ ਸਕਦੀਆਂ, ਠੀਕ ਆ, ਅਲਾਊਡ ਨਹੀਂ ਵੀ ਇਹਦੇ ਵਿੱਚ ਔਰਤਾਂ ਭਾਗ ਲੈਣ, ਠੀਕ ਆ। ਤੇ ਮੋਸਟਲੀ ਕੀ ਹੁੰਦਾ ਵਾ ਕਿ ਬੱਚਿਆਂ ਨੂੰ ਸਭਾ ਤੇ ਸਿਮਤੀ ਦੇ ਵਿੱਚ ਡਿਫਰੈਂਸ ਨਹੀਂ ਪਤਾ ਲੱਗਦਾ, ਠੀਕ ਆ। ਉਹ ਸਭਾ ਨੂੰ ਵੀ ਇੱਕ ਹੀ ਚੀਜ਼ ਸਮਝ ਲੈਂਦੇ ਆ ਤੇ ਸਿਮਤੀ ਨੂੰ ਵੀ ਇੱਕ ਹੀ ਚੀਜ਼ ਸਮਝ ਲੈਂਦੇ, ਪਰ ਏਦਾਂ ਨਹੀਂ ਆ, ਠੀਕ ਆ। ਜ਼ਮੀਨ ਆਸਮਾਨ ਦਾ ਫਰਕ ਆ। ਦੇਖੋ ਆਪਾਂ ਸਭਾ ਦੇ ਵਿੱਚ ਕੀ ਪੜ੍ਹਿਆ, ਆਪਾਂ ਸਭਾ ਦੇ ਵਿੱਚ ਪੜ੍ਹਿਆ ਕਿ ਜਿਹੜੀ ਸਭਾ ਸੀ ਉਹ ਪਿੰਡ ਦੇ ਵੱਡੇ ਮਾਹਿਰ ਲੋਕਾਂ ਦਾ ਇਕੱਠ ਹੁੰਦਾ ਸੀ, ਠੀਕ ਆ। ਇਹਨੂੰ ਨਿਆਂ ਕਰਨ, ਮਤਲਬ ਨਿਆਂ ਕਰਨ ਦੀ ਜਿੰਨੀ ਵੀ ਸ਼ਕਤੀ ਸੀ ਪਿੰਡ ਦੇ ਬਾਰੇ ਵਿੱਚ, ਉਹ ਸਭਾ ਦੇ ਕੋਲ ਹੁੰਦੀ ਸੀ, ਤੇ ਇਹਦੇ ਵਿੱਚ ਔਰਤਾਂ ਦੀ ਭਾਗੀਦਾਰੀ ਨਹੀਂ ਸੀ। 3 ਪੁਆਇੰਟ ਕਲੀਅਰ। ਉਸ ਤੋਂ ਬਾਅਦ ਜਿਹੜੀ ਸਿਮਤੀ ਸੀ ਉਹਦਾ ਕੀ ਫਰਕ ਆ ਵੀ ਸਿਮਤੀ ਦੇ ਵਿੱਚ ਪਿੰਡ ਦੇ ਸਾਰੇ ਲੋਕ ਆਉਂਦੇ ਸੀ। ਕੀ ਆਉਂਦੇ ਸੀ? ਸਿਮਤੀ ਦੇ ਵਿੱਚ ਪਿੰਡ ਦੇ ਸਾਰੇ ਲੋਕ ਆਉਂਦੇ ਸੀ, ਪਰ ਸਭਾ ਦੇ ਵਿੱਚ ਪਿੰਡ ਦੇ ਵੱਡੇ ਮਾਹਿਰ ਹੀ ਆਉਂਦੇ ਸੀ ਓਨਲੀ। ਸਿਮਤੀ ਦੇ ਵਿੱਚ ਪਿੰਡ ਦੇ ਸਾਰੇ ਲੋਕ ਆਉਂਦੇ ਸੀ, ਤੇ ਨਾ ਤਾਂ ਇਹਨੂੰ ਨਿਆਂ ਕਰਨ ਦਾ ਹੱਕ ਸੀ ਤੇ ਨਾ ਹੀ ਇਹਦੇ ਵਿੱਚ ਔਰਤਾਂ ਸ਼ਾਮਿਲ ਸੀ। ਔਰਤਾਂ ਸ਼ਾਮਿਲ ਤੇ ਇਹਦੇ ਵਿੱਚ ਵੀ ਨਹੀਂ ਸੀ, ਸਭਾ ਦੇ ਵਿੱਚ ਵੀ ਔਰਤਾਂ ਸ਼ਾਮਿਲ ਨਹੀਂ ਸੀ। ਪਰ ਫਰਕ ਕੀ ਆ ਕਿ ਸਭਾ ਨੂੰ ਹੱਕ ਕਰਨ ਦਾ ਜਿਹੜਾ ਸੀਗਾ, ਉਹ ਹੱਕ ਕਰਨ ਦਾ ਜਿਹੜੀ ਸ਼ਕਤੀ ਸੀ ਉਹਦੇ ਕੋਲ ਹੈਗੀ ਸੀ, ਨਿਆਂ ਕਰਨ ਦੀ ਸ਼ਕਤੀ ਉਹਦੇ ਕੋਲ ਹੈਗੀ ਸੀ। ਪਰ ਜੇ ਆਪਾਂ ਸਿਮਤੀ ਦੀ ਗੱਲ ਕਰੀਏ, ਭਾਵੇਂ ਕਿ ਇਹਦੇ ਵਿੱਚ ਵੀ ਔਰਤਾਂ ਸ਼ਾਮਿਲ ਨਹੀਂ ਸੀ, ਪਰ ਇਹਨੂੰ ਨਿਆਂ ਕਰਨ ਦਾ ਕੋਈ ਹੱਕ ਨਹੀਂ। ਫਿਰ ਸਿਮਤੀ ਦਾ ਕੰਮ ਕੀ ਸੀ? ਸਿਮਤੀ ਦਾ ਕੰਮ ਇਹ ਹੈ ਕਿ ਸਿਮਤੀ ਦੇ ਵਿੱਚ ਜਿਹੜੇ ਪਿੰਡ ਦੇ ਸਾਰੇ ਲੋਕ ਬਿਠਾ ਲਏ ਜਾਂਦੇ ਸੀ, ਠੀਕ ਆ, ਉਹਨਾਂ ਦੀ ਸਲਾਹ ਲਈ ਜਾਂਦੀ ਸੀ, ਠੀਕ ਆ। ਜਿਹੜੇ ਵੱਡੇ ਮਾਹਿਰ ਹੁੰਦੇ ਸੀ ਸਭਾ ਵਾਲੇ, ਸਭਾ ਦੀ ਇਕੱਠ ਦੇ ਵਿੱਚ ਜਿਹੜੇ ਬੈਠੇ ਹੁੰਦੇ ਸੀ, ਉਹ ਸਿਮਤੀ ਦੇ ਵਿੱਚ ਬੈਠੇ ਮੈਂਬਰਾਂ ਦੀ ਕੀ ਲੈ ਲੈਂਦੇ ਸੀ? ਸਲਾਹ ਲੈ ਲੈਂਦੇ ਸੀ। ਪਰ ਇਹ ਨਹੀਂ ਵੀ ਜੇ ਕਿਸੇ, ਮਤਲਬ ਜਿਹੜੇ ਸਿਮਤੀ ਦੇ ਵਿੱਚ ਬੰਦੇ ਬੈਠੇ ਆ, ਜੇ ਉਹਨੇ ਕਹਿਤਾ ਵੀ ਆਹ ਕੰਮ ਹੋਣਾ ਚਾਹੀਦਾ, ਆਹ ਫੈਸਲਾ ਮੇਰਾ ਟੱਲ ਆ, ਤੇ ਨਹੀਂ, ਠੀਕ ਆ। ਪਰ ਜੋ ਸਭਾ ਦੇ ਜਿਹੜੇ ਵੱਡੇ ਮਾਹਿਰ ਉਹ ਫੈਸਲਾ ਲੈਣਗੇ, ਉਹੀ ਫੈਸਲਾ ਟੱਲ ਹੋਊਗਾ, ਠੀਕ ਆ। ਸੋ ਕਹਿਣ ਦਾ ਭਾਵ ਇਹ ਕਿ ਸਿਮਤੀ ਤੋਂ ਵੱਡੀ ਸਭਾ ਸੀ ਤੇ ਸਭਾ ਉਹਦੇ ਤੋਂ ਛੋਟੀ ਸੀ। ਹੁਣ ਕੁਐਸਚਨ ਸਾਨੂੰ ਘੁਮਾ ਫਿਰਾ ਕੇ ਵੀ ਆ ਜਾਂਦੇ ਆ। ਤੇ ਜੇ ਸਲਾਹਕਾਰ ਕਮੇਟੀ ਵਜੋਂ ਪੁੱਛ ਲਿਆ ਜਾਵੇ ਵੀ ਸਭਾ ਦੀ ਸਲਾਹ ਵਜੋਂ ਕਿਹੜੀ ਸਿਮਤੀ ਸੀ ਜਾਂ ਵਿਦਤ ਸੀ, ਤੇ ਤੁਸੀਂ ਸਿਮਤੀ ਟਿਕ ਲਾ ਕੇ ਆਓ, ਕਿਉਂਕਿ ਸਿਮਤੀ ਜਿਹੜੀ ਆ ਸਭਾ ਤੋਂ ਛੋਟੀ ਸੀ, ਪਿੰਡ ਦੇ ਸਾਰੇ ਲੋਕ ਬੈਠਦੇ ਸੀ, ਔਰਤਾਂ ਦੀ ਕੋਈ ਭਾਗੀਦਾਰੀ ਨਹੀਂ ਸੀ, ਨਾ ਹੀ ਕੋਈ ਨਿਆਂ ਕਰਨ ਦਾ ਹੱਕ ਸੀ। ਬਸ ਇਹ ਕੀ ਕਰਦੀ ਸੀ, ਸਭਾ ਨੂੰ ਕੁਝ ਸਲਾਹ ਦੇ ਜਾਂਦੀ ਸੀ, ਠੀਕ ਆ। ਉਸ ਤੋਂ ਬਾਅਦ ਆ ਜਾਂਦੀ ਆ ਵਿਦਤ। ਵਿਦਤ ਜਿਹੜੀ ਕੀ ਸੀ, ਪਰਿਵਾਰ ਦੀ ਮੀਟਿੰਗ ਹੁੰਦੀ ਸੀ। ਇਹ ਤੇ ਬਹੁਤ ਹੀ ਪੁਰਾਣੀ ਹੈ ਨਾ, ਬਹੁਤ ਹੀ ਜ਼ਿਆਦਾ ਪੁਰਾਣੀ, ਠੀਕ ਆ। ਪੁਰਾਣੇ ਸਮੇਂ ਦੇ ਵਿੱਚ ਪਰਿਵਾਰ ਜਿਹੜਾ, ਠੀਕ ਆ, ਕੋਈ ਝਗੜੇ ਦਾ ਫੈਸਲਾ, ਕੋਈ ਕਬੀਲਦਾਰੀ ਦਾ ਕੰਮ, ਕੁਛ ਵੀ ਹੁੰਦਾ ਸੀ, ਹਨਾ, ਤੇ ਉਹ ਪਰਿਵਾਰ ਦੇ ਵਿੱਚ ਬੈਠ ਕੇ ਜਿਹੜੀ ਮੀਟਿੰਗ ਕਰਦੇ ਸੀ ਉਹਨੂੰ ਵਿਦਤ ਕਹਿੰਦੇ ਸੀ, ਠੀਕ ਹੈ। ਇਹ ਜਿਹੜੇ ਨਾਮ ਆ ਨਾ, ਇਹ ਰਿਗਵੇਦ ਦੇ ਵਿੱਚੋਂ ਲਏ ਗਏ ਆ, ਠੀਕ ਹੈ। ਇੱਥੋਂ ਸਾਨੂੰ ਆ ਸਭਾ ਸਮਿਤੀ ਵਾਲੇ ਕੁਐਸਚਨ ਤੇ ਸਾਨੂੰ ਆਏ ਹੋਏ ਆ ਪਹਿਲਾਂ ਹੀ PSTET ਦੇ ਪੇਪਰ ਦੇ ਵਿੱਚ, ਠੀਕ ਆ। ਹੁਣ ਆ ਤੁਸੀਂ ਵਿਦਤ ਵੀ ਨਾਲ ਯਾਦ ਰੱਖਿਓ, ਠੀਕ ਆ। ਇਹ ਪਰਿਵਾਰ ਦੀ ਮੀਟਿੰਗ ਹੁੰਦੀ ਸੀ। ਪਰ ਹੁਣ ਇੱਥੇ ਆਪਾਂ ਇੱਕ ਕਾਮਨ ਸੈਂਸ ਲਗਾਵਾਂਗੇ। ਕੀ ਕਾਮਨ ਸੈਂਸ ਲਗਾਵਾਂਗੇ? ਵੀ ਜੇ ਪੂਰੇ ਪਰਿਵਾਰ ਦੀ ਮੀਟਿੰਗ ਆ ਤੇ ਔਰਤਾਂ ਘਰੋਂ ਬਾਹਰ ਥੋੜੀ ਕੱਢ ਦੇਣੀਆਂ, ਹਨਾ, ਇਹ ਵੀ ਚੀਜ਼ ਤੇ ਹੈਗੀ ਆ। ਸੋ ਇੱਥੇ ਆਪਾਂ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਵਿਦਤ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਸੀਗੀ, ਠੀਕ ਆ। ਵਿਦਤ ਦੇ ਵਿੱਚ ਔਰਤਾਂ ਦੀ ਭਾਗੀਦਾਰੀ ਹੈਗੀ ਹੀ। ਤੁਸੀਂ ਇੱਥੇ ਨਾਲ ਪੁਆਇੰਟ ਐਡ ਕਰ ਲੈਣਾ ਕਿ ਵਿਦਤ ਦੇ ਵਿੱਚ ਜਿਹੜੀ ਔਰਤਾਂ ਦੀ ਭਾਗੀਦਾਰੀ ਹੈਗੀ ਸੀ। ਬਸ ਰਾਜਨੀਤਿਕ ਪੱਖ ਆ ਨਾ ਜਿਹੜਾ ਰਿਗਵੇਦ ਦਾ, ਇਹਦੇ ਵਿੱਚ ਤੁਸੀਂ ਇਹ ਪੁਆਇੰਟ ਯਾਦ ਰੱਖਣੇ ਆ। ਸਭ ਤੋਂ ਵੱਡਾ ਰਾਜਨ, ਰਾਜਨ ਤੋਂ ਛੋਟਾ ਪੁਰੋਹਿਤ, ਪੁਰੋਹਿਤ ਤੋਂ ਛੋਟਾ ਸੈਨਾਨੀ, ਸੈਨਾਨੀ ਤੋਂ ਛੋਟਾ ਗ੍ਰਾਹਮਣੀ, ਵਿਸ਼ ਦੇ ਪਤੀ ਨੂੰ ਵਿਸ਼ਪਤੀ, ਵਿਸ਼ ਤੋਂ ਛੋਟਾ ਗ੍ਰਾਮ, ਤੇ ਗ੍ਰਾਮ ਦਾ ਮੁਖੀਆ ਗ੍ਰਾਹਮਣੀ। ਗ੍ਰਾਮ ਨੂੰ ਕੁੱਲ ਵਿੱਚ ਵੰਡਿਆ ਜਾਂਦਾ ਸੀ, ਯਾਨੀ ਕਿ ਗ੍ਰਾਮ ਤੋਂ ਛੋਟਾ ਕੁੱਲ ਤੇ ਕੁੱਲ ਦਾ ਮੁਖੀਆ ਕੁੱਲਪਤੀ। ਉਸ ਤੋਂ ਬਾਅਦ ਆ ਜਾਂਦੀ ਸਾਡੀ ਸਭਾ। ਵੱਡੇ ਮਾਹਿਰਾਂ ਦੀ ਸਭਾ ਹੁੰਦੀ ਸੀ। ਔਰਤਾਂ ਦੀ ਭਾਗੀਦਾਰੀ ਇਹਦੇ ਵਿੱਚ ਨਹੀਂ ਸੀ, ਤੇ ਹੱਕ ਕਰਨ ਦਾ ਪੂਰਾ ਜਿਹੜੀ ਪੂਰੀ ਸ਼ਕਤੀ ਜਿਹੜੀ ਇਹਦੇ ਕੋਲ ਹੁੰਦੀ ਸੀ। ਉਸ ਤੋਂ ਬਾਅਦ ਆ ਜਾਂਦੀ ਸਿਮਤੀ। ਨਾ ਹੀ ਤੇ ਇਹਦੇ ਕੋਲ ਨਿਆਂ ਕਰਨ ਦਾ ਹੱਕ ਸੀ ਤੇ ਨਾ ਹੀ ਇਹਦੇ ਵਿੱਚ ਔਰਤਾਂ ਸ਼ਾਮਿਲ ਸੀ, ਸਿਰਫ ਪਿੰਡ ਦੇ ਸਾਰੇ ਲੋਕ ਇਹਦੇ ਵਿੱਚ ਸ਼ਾਮਿਲ ਹੁੰਦੇ। ਕਹਿਣ ਦਾ ਭਾਵ ਹੈ ਵੀ ਇਹ ਸਭਾ ਨੂੰ ਸਲਾਹ ਦਿੰਦੇ ਸੀ। ਉਸ ਤੋਂ ਬਾਅਦ ਆ ਜਾਂਦੀ ਸਾਡੀ ਵਿਦਤ, ਠੀਕ ਆ। ਜਿਹੜੀ ਵਿਦਤ ਸੀ ਇਹ ਪੂਰੇ ਪਰਿਵਾਰ ਦੀ ਮੀਟਿੰਗ ਹੁੰਦੀ ਸੀ ਤੇ ਇਹਦੇ ਵਿੱਚ ਔਰਤਾਂ ਸ਼ਾਮਿਲ ਹੁੰਦੀਆਂ ਸੀ, ਠੀਕ ਆ। ਉਸ ਤੋਂ ਬਾਅਦ ਸਾਡਾ ਆ ਜਾਂਦਾ ਵਾ ਸਮਾਜਿਕ ਪੱਖ, ਠੀਕ ਆ। ਰਾਜਨੀਤਿਕ ਪੱਖ ਆਪਣਾ ਨਿਬੜ ਗਿਆ, ਅੱਗੇ ਆ ਜਾਂਦਾ ਆਪਣਾ ਸਮਾਜਿਕ ਪੱਖ, ਠੀਕ ਆ। ਜਦੋਂ ਅਸੀਂ ਸਮਾਜਿਕ ਪੱਖ ਦੀ ਗੱਲ ਕਰਦੇ ਹਾਂ ਤੇ ਸਾਨੂੰ ਰਿਗਵੇਦ ਦੇ ਵਿੱਚੋਂ ਪਤਾ ਲੱਗਦਾ ਵਾ ਕਿ ਉਸ ਸਮੇਂ ਜਿਹੜਾ ਸਮਾਜ ਸੀਗਾ ਉਹ 4 ਜਾਤੀਆਂ ਦੇ ਵਿੱਚ ਵੰਡਿਆ ਹੋਇਆ ਸੀ, ਠੀਕ ਆ। ਕਿਹੜੀਆਂ ਕਿਹੜੀਆਂ 4 ਜਾਤੀਆਂ ਸੀ? ਬ੍ਰਾਹਮਣ ਸੀ, ਕਸ਼ਤਰੀ ਸੀ, ਵੈਸ਼ ਸੀ, ਸ਼ੂਦਰ ਸੀ, ਠੀਕ ਆ। ਸਭ ਤੋਂ ਮਾੜੀ ਹਾਲਤ ਕਿਹਨਾਂ ਦੀ ਸੀ? ਸ਼ੂਦਰਾਂ ਦੀ। ਰਿਗਵੇਦ ਦੇ ਵਿੱਚ ਪਤਾ ਕੀ ਲਿਖਿਆ ਗਿਆ? ਬਹੁਤ ਹੀ ਇੰਟਰਸਟਿੰਗ ਗੱਲ ਹੈ, ਠੀਕ ਆ। ਜਿਹੜਾ ਆਪਣਾ ਰਿਗਵੇਦ ਆ, ਠੀਕ ਆ, ਉਹਦੇ ਵਿੱਚ ਲਿਖਿਆ ਗਿਆ ਏ
ਰਿਗਵੇਦ ਜਿਹੜਾ ਨਾ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਬ੍ਰਾਹਮਣ ਸੀ ਨਾ, ਜਿਹੜੇ ਬ੍ਰਾਹਮਣ ਸੀ, ਠੀਕ ਆ, ਇਹ ਜਿਹੜਾ ਬ੍ਰਹਮਾ ਦਾ ਨਾਮ ਤੁਸੀਂ ਸੁਣਿਆ ਹੋਊਗਾ, ਦੇਵਤਾ, ਠੀਕ ਆ। ਇੱਕ ਮਿੰਟ, ਮੈਂ ਨਾ ਐਵੇਂ ਲਿਖ ਦਿੰਦੀ ਸੀ, ਠੀਕ ਆ। ਕਹਿੰਦੇ ਰਿਗਵੇਦ ਦੇ ਵਿੱਚ ਲਿਖਿਆ ਵਾ ਵੀ ਜਿਹੜੇ ਬ੍ਰਾਹਮਣ ਸੀ ਨਾ, ਉਹ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਏ, ਤੇ ਜਿਹੜੇ ਕਹਿੰਦੇ ਕਸ਼ਤਰੀ ਆ, ਇਹ ਬ੍ਰਹਮਾ ਦੀਆਂ ਬਾਹਾਂ ਤੋਂ ਪੈਦਾ ਹੋਏ, ਦੇਖੋ। ਤੇ ਜਿਹੜੇ ਵੈਸ਼ ਆ, ਇਹ ਕਹਿੰਦੇ ਬ੍ਰਹਮਾ ਦੇ ਪੇਟ ਤੋਂ ਪੈਦਾ ਹੋਏ। ਜਿਹੜੇ ਸ਼ੂਦਰ ਆ, ਤੇ ਇਹ ਕਹਿੰਦੇ ਇਹ ਪੈਰਾਂ ਤੋਂ ਪੈਦਾ ਹੋਏ ਆ। ਇਸੇ ਕਰਕੇ ਕਹਿੰਦੇ ਸ਼ੂਦਰ ਜਿਹੜੇ ਬ੍ਰਹਮਾ ਦੇ ਪੈਰਾਂ ਤੋਂ ਪੈਦਾ ਹੋਏ, ਪੈਰਾਂ ਤੋਂ ਪੈਦਾ ਹੋਏ ਆ। ਇਸੇ ਕਰਕੇ ਸ਼ੂਦਰਾਂ ਨੂੰ ਜਿਹੜਾ ਵਾ ਨੀਵਾਂ ਸਮਝਿਆ ਜਾਂਦਾ ਸੀ। ਇਹ ਗੱਲਾਂ ਸਾਡੇ ਇਤਿਹਾਸਕਾਰਾਂ ਨੇ ਕੋਲੋਂ ਨਹੀਂ ਬਣਾਈਆਂ, ਨਾ ਮੈਂ ਕੋਲੋਂ ਬਣਾ ਰਹੀ ਹਾਂ। ਇਹ ਗੱਲਾਂ ਕਿਹਦੇ ਵਿੱਚ ਲਿਖੀਆਂ ਹੋਈਆਂ ਵਾ? ਰਿਗਵੇਦ ਦੇ ਵਿੱਚ ਲਿਖੀਆਂ ਹੋਈਆਂ ਵਾ। ਰਿਗਵੇਦ ਸਾਨੂੰ ਦੱਸਦਾ ਵਾ ਵੀ ਉਸ ਸਮੇਂ ਸਮਾਜ 4 ਜਾਤੀਆਂ ਦੇ ਵਿੱਚ ਵੰਡਿਆ ਸੀ। ਕਿਹੜੀਆਂ ਕਿਹੜੀਆਂ? ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ। ਤੇ ਰਿਗਵੇਦ ਦੇ ਵਿੱਚ ਸਾਨੂੰ ਲਿਖਿਆ ਮਿਲਦਾ ਆ ਵੀ ਬ੍ਰਾਹਮਣ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਇਆ, ਕਸ਼ਤਰੀ, ਠੀਕ ਆ, ਬ੍ਰਹਮਾ ਦੀਆਂ ਬਾਹਾਂ ਚੋਂ ਪੈਦਾ ਹੋਇਆ, ਜਿਹੜਾ ਵੈਸ਼ ਸੀ ਉਹ ਬ੍ਰਹਮਾ ਦੇ ਪੇਟ ਚੋਂ ਪੈਦਾ ਹੋਇਆ, ਜਿਹੜਾ ਸ਼ੂਦਰ ਸੀ ਉਹ ਪੈਰਾਂ ਚੋਂ ਪੈਦਾ ਹੋਇਆ। ਇਸੇ ਕਰਕੇ ਸ਼ੂਦਰ ਜਿਹੜਾ ਵਾ ਇਹਨੂੰ ਸਭ ਤੋਂ ਨੀਵਾਂ ਸਮਝਿਆ ਜਾਂਦਾ ਸੀ, ਯਾਨੀ ਕਿ ਇਹ ਦਾਸ ਸੀਗਾ। ਇਹ ਇਹਨਾਂ ਤਿੰਨਾਂ ਜਾਤੀਆਂ ਦਾ ਕੀ ਸੀ? ਦਾਸ ਸੀ, ਠੀਕ ਆ। ਬ੍ਰਾਹਮਣ ਨੂੰ ਸਭ ਤੋਂ ਉੱਚਾ ਸਮਝਿਆ ਜਾਂਦਾ ਸੀ, ਸਭ ਤੋਂ ਉੱਚਾ, ਕਿ ਸਭ ਤੋਂ ਉੱਚਾ ਬ੍ਰਾਹਮਣ ਆ, ਉਹਦਾ ਅਹੁਦਾ ਸਮਾਜ ਦੇ ਵਿੱਚ ਉੱਚਾ ਸੀ ਬ੍ਰਾਹਮਣ ਦਾ, ਠੀਕ ਆ। ਇਸੇ ਕਰਕੇ ਕਹਿੰਦੇ, ਕਿਉਂਕਿ ਇਹ ਕਹਿੰਦੇ ਸੀ, ਰਿਗਵੇਦ ਸਾਨੂੰ ਦੱਸਦਾ ਵੀ ਇਹ ਬ੍ਰਹਮਾ ਦੇ ਮੂੰਹ ਚੋਂ ਪੈਦਾ ਹੋਇਆ ਸੀ, ਇਸ ਕਰਕੇ ਬ੍ਰਾਹਮਣ ਨੂੰ ਉੱਚਾ ਸਮਝਿਆ ਜਾਂਦਾ ਸੀ। ਉਸ ਤੋਂ ਬਾਅਦ ਆ ਜਾਓ, ਭੋਜਨ ਪੈਦਾ ਕਰਨ ਵਾਲੇ, ਕੀ? ਵੈਸ਼, ਠੀਕ ਆ। ਭੋਜਨ ਪੈਦਾ ਕਰਨ ਵਾਲੇ ਤੇ ਜਿਹੜੇ ਵਪਾਰੀ ਸੀ, ਉਹਨਾਂ ਨੇ ਕਿਹਾ ਵੀ ਉਹ ਕੀ ਹੋਣਗੇ? ਉਹ ਵੈਸ਼ ਹੋਣਗੇ। ਬਾਕੀ ਤਿੰਨੋਂ ਇਹਨਾਂ ਦੀ ਮਦਦ ਕਰਨਗੇ, ਠੀਕ ਆ। ਇਹ ਚੀਜ਼ ਯਾਦ ਰੱਖਿਓ। ਕਈ ਵਾਰੀ ਐਜ਼ ਇਟ ਇਜ਼ ਸਾਨੂੰ ਕੀ ਹੁੰਦਾ ਵਾ, ਸਟੇਟਮੈਂਟ ਪੇਪਰ ਦੇ ਵਿੱਚ ਆ ਜਾਂਦੀ ਆ, ਭੋਜਨ ਪੈਦਾ ਕਰਨ ਵਾਲੇ ਜਾਂ ਵਪਾਰੀ ਵੀ ਇਹਦੇ ਵਿੱਚ ਨਾਲ ਤੁਸੀਂ ਐਡ ਕਰ ਲਿਓ, ਠੀਕ ਆ। ਵਪਾਰੀ, ਠੀਕ ਆ, ਉਹ ਕੀ ਹੋਣਗੇ? ਵੈਸ਼ ਹੋਣਗੇ। ਬਾਕੀ ਤਿੰਨੋਂ ਇਹਨਾਂ ਦੀ ਮਦਦ ਕਰਨਗੇ, ਠੀਕ ਆ। ਔਰਤਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਚੰਗੀ ਸੀ, ਪਰ ਇੱਕ ਚੀਜ਼ ਯਾਦ ਰੱਖਿਓ, ਜੇ ਤੁਹਾਨੂੰ ਆ ਗਿਆ ਵੀ ਔਰਤਾਂ ਦੀ ਹਾਲਤ ਚੰਗੀ ਸੀ, ਤੁਸੀਂ ਟਿਕ ਕਰਨਾ ਵਾ ਰਿਗਵੈਦਿਕ ਕਾਲ, ਨਾ ਕਿ ਉੱਤਰ ਵੈਦਿਕ ਕਾਲ। ਰਿਗਵੈਦਿਕ ਕਾਲ ਆਪਾਂ ਕਰਦੇ ਪਏ ਕਿਉਂਕਿ ਆਪਾਂ ਵੈਦਿਕ ਸੱਭਿਅਤਾ ਨੂੰ 2 ਕਾਲਾਂ ਦੇ ਵਿੱਚ ਵੰਡਿਆ, ਇੱਕ ਰਿਗਵੈਦਿਕ ਕਾਲ ਤੇ ਇੱਕ ਉੱਤਰ ਵੈਦਿਕ ਕਾਲ। ਆਪਾਂ ਰਿਗਵੈਦਿਕ ਕਾਲ ਕਰਦੇ ਪਏ। ਰਿਗਵੈਦਿਕ ਕਾਲ ਦੇ ਵਿੱਚ ਔਰਤਾਂ ਦੀ ਸਥਿਤੀ ਚੰਗੀ ਸੀ, ਪਰ ਜਦੋਂ ਆਪਾਂ ਉੱਤਰ ਵੈਦਿਕ ਕਾਲ ਤੇ ਜਾਵਾਂਗੇ, ਜਦੋਂ ਮੈਂ ਤੁਹਾਨੂੰ ਉੱਤਰ ਵੈਦਿਕ ਕਾਲ ਪੜ੍ਹਾਉਂਗੀ ਤੇ ਉਹਦੇ ਵਿੱਚ ਔਰਤਾਂ ਦੀ ਕੰਡੀਸ਼ਨ ਮਾੜੀ ਹੋ ਜਾਂਦੀ। ਸੋ ਇਹ ਯਾਦ ਰੱਖਿਓ, ਔਰਤਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਵਧੀਆ ਸੀ। ਕਿਹਦੇ ਵਿੱਚ? ਰਿਗਵੈਦਿਕ ਕਾਲ ਦੇ ਵਿੱਚ। ਕੱਲਾ ਵੈਦਿਕ ਕਾਲ ਵੀ ਲਿਖਿਆ ਹੁੰਦਾ ਤੇ ਨਾਲ ਰਿਗਵੈਦਿਕ ਵੀ ਲਿਖਿਆ ਹੁੰਦਾ ਨਾਲ, ਤੁਸੀਂ ਇਹ ਯਾਦ ਰੱਖਿਓ, ਠੀਕ ਆ। ਔਰਤਾਂ ਦੀ ਹਾਲਤ ਚੰਗੀ ਸੀ, ਮਤਲਬ ਵੀ ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ ਸੀ, ਸਮਾਜ ਦੇ ਵਿੱਚ ਉਹਨਾਂ ਦਾ ਰੁਤਬਾ ਵੀ ਸੀਗਾ, ਰਿਸਪੈਕਟ ਵੀ ਸੀਗੀ, ਠੀਕ ਆ। ਇੱਕ ਹੀ ਵਿਆਹ ਦੀ ਰਸਮ ਸੀਗੀ, ਮਤਲਬ ਵੀ ਇੱਕ ਹੀ ਵਿਆਹ ਹੁੰਦਾ ਸੀ, ਮਰਦ ਜ਼ਿਆਦੀਆਂ ਔਰਤਾਂ ਨਾਲ ਵਿਆਹ ਨਹੀਂ ਸੀ ਕਰਾ ਸਕਦਾ। ਤਾਂ ਮਤਲਬ ਜਿਹੜੀਆਂ ਕਿ ਸਿੰਧੂ ਘਾਟੀ ਸੱਭਿਅਤਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਾਂ ਇਸ ਤੋਂ ਪਹਿਲਾਂ ਦੇ ਕਾਲ ਦੀ ਗੱਲ ਕਰੀਏ, ਤਾਂ ਮਤਲਬ ਜਿਹੜਾ ਮਰਦ ਸੀਗਾ ਉਹ ਕਾਫੀ ਜ਼ਿਆਦਾ ਵਿਆਹ ਕਰਵਾਉਂਦਾ ਸੀ। ਪਰ ਜਦੋਂ ਵੈਦਿਕ ਕਾਲ ਦੀ ਗੱਲ ਆਉਂਦੀ ਆ ਤਾਂ ਇਹਦੇ ਵਿੱਚ, ਠੀਕ ਹੈ, ਇੱਕ ਹੀ ਵਿਆਹ ਦੀ ਰਸਮ ਜਿਹੜੀ ਸੀ ਮੌਜੂਦ ਸੀ। ਉਸ ਤੋਂ ਬਾਅਦ 3 ਤਰ੍ਹਾਂ ਦੇ ਨਾਮ ਆ, ਠੀਕ ਆ। ਵਿਆਹ ਦੇ ਬਾਰੇ 3 ਤਰ੍ਹਾਂ ਦੇ ਨਾਮ ਆ ਜਿਹੜੇ ਕਿ ਸਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ, ਠੀਕ ਆ। ਇਹ ਵੀ ਮੈਂ ਪੰਜਾਬ ਦੇ ਕਿਸੇ ਕੰਪੀਟੀਟਿਵ ਐਗਜ਼ਾਮ ਦੇ ਵਿੱਚੋਂ ਮੈਂ MCQ ਜਿਹੜੇ ਮੈਂ ਪੜ੍ਹੇ ਹੋਏ ਆ ਖੁਦ, ਠੀਕ ਆ। ਤੇ ਮੈਂ ਤਾਂ ਕਰਕੇ ਮੈਨੂੰ ਲੱਗਾ ਵੀ ਹੋ ਸਕਦਾ ਆਪਾਂ ਨੂੰ ਵੀ ਰਿਪੀਟ ਹੋ ਜਾਣ, ਠੀਕ ਆ। ਦੇਖੋ, ਇੱਕ ਹੈਗਾ ਵਾ ਨਿਯੋਗਾ ਵਿਆਹ, ਠੀਕ ਆ। ਨਿਯੋਗਾ ਵਿਆਹ, ਨਿਯੋਗਾ ਵਿਆਹ ਕੀ ਸੀ? ਵਿਧਵਾ ਵਿਆਹ। ਜਿਹੜੀ ਔਰਤ ਵਿਧਵਾ ਹੁੰਦੀ ਸੀ ਹਨਾ, ਉਹਦਾ ਦੁਬਾਰਾ ਵਿਆਹ ਕਰਨਾ ਉਹਨੂੰ ਕਿਹਾ ਜਾਂਦਾ ਸੀ ਨਿਯੋਗਾ ਵਿਆਹ, ਠੀਕ ਆ। ਇੱਥੋਂ ਹੀ ਤੇ ਸਾਨੂੰ ਪਤਾ ਲੱਗਦਾ ਨਾ ਵੀ ਔਰਤ ਦੀ ਹਾਲਤ ਚੰਗੀ ਸੀ, ਠੀਕ ਆ। ਵਿਧਵਾ ਔਰਤ ਦਾ ਦੁਬਾਰਾ ਵਿਆਹ ਕਰਨਾ ਨਿਯੋਗਾ ਵਿਆਹ ਕਿਹਾ ਜਾਂਦਾ ਸੀ। ਅੱਗੇ ਆ ਜਾਂਦਾ ਵਾ ਅਸਾਜੂ। ਅਸਾਜੂ ਵਿਆਹ। ਅਸਾਜੂ ਵਿਆਹ ਕਿਹਨੂੰ ਕਹਿੰਦੇ ਸੀ? ਜਿਹੜੀ ਔਰਤ ਮਤਲਬ ਵਿਆਹ ਨਹੀਂ ਸੀ ਕਰਵਾਉਂਦੀ, ਠੀਕ ਆ, ਉਹਨੂੰ ਅਸਾਜੂ ਕਹਿੰਦੇ ਸੀ, ਠੀਕ ਆ। ਤੇ ਜਿਹੜੀ ਔਰਤ ਵਿਆਹ ਕਰਾਉਂਦੀ ਸੀ ਉਹਨੂੰ ਸਹਿ ਧਰਮਣੀ ਕਹਿੰਦੇ ਸੀ, ਠੀਕ ਆ। ਬਹੁਤ ਈਜ਼ੀ ਆ, ਕੋਈ ਜ਼ਿਆਦਾ ਇਹਦੇ ਵਿੱਚ ਰੱਟੇ ਰੁੱਟੇ ਵਾਲੀ ਗੱਲ ਹੈ ਨਹੀਂ ਆ, ਠੀਕ ਆ। ਵਿਧਵਾ ਵਿਆਹ, ਨਿਯੋਗਾ ਵਿਆਹ, ਠੀਕ ਆ। ਜਿਹੜੀ ਔਰਤ ਵਿਆਹ ਨਹੀਂ ਸੀ ਕਰਾਉਂਦੀ, ਅਸਾਜੂ, ਠੀਕ ਆ। ਸਹਿ ਧਰਮਣੀ, ਜਿਹੜੀ ਔਰਤ ਵਿਆਹ
ਕਰਾਉਂਦੀ ਸੀ। ਤੇ ਇਹ ਹੋ ਗਿਆ ਸਾਡੇ ਰਿਗਵੈਦ ਦਾ ਰਾਜਨੀਤਿਕ ਪੱਖ ਤੇ ਸਮਾਜਿਕ ਪੱਖ। ਇਹਦੇ ਵਿੱਚੋਂ ਸਾਡੇ ਬਹੁਤ ਸਾਰੇ MCQ ਜਿਹੜੇ ਆ ਕਵਰ ਹੋਣਗੇ। ਅੱਗੇ ਅਸੀਂ ਕਰਨਾ ਵਾ ਆਰਥਿਕ ਪੱਖ ਤੇ ਇੱਕ ਅਸੀਂ ਕਰਨਾ ਆ ਧਾਰਮਿਕ ਪੱਖ। ਸਾਡੇ ਨਾ ਸਮਾਜਿਕ ਪੱਖ ਦੇ 2 ਕੁ ਪੁਆਇੰਟ ਰਹਿ ਗਏ ਸੀ ਤੇ ਮੈਂ ਸੋਚਿਆ ਵੀ ਆਪਾਂ ਛੱਡਣੇ ਕਿਉਂ ਆ, ਕਰ ਹੀ ਲੈਂਦੇ ਆ। ਵੈਸੇ ਤਾਂ ਫੇਮਸ ਜਿਹੀ ਆ, ਠੀਕ ਆ। ਇੱਕ ਨਾ ਤੁਸੀਂ ਸੋਮ ਦੀ ਡਰਿੰਕ ਤੁਸੀਂ ਸੁਣੀ ਹੋਊਗੀ, ਠੀਕ ਹੈ। ਇਹਦੇ ਬਾਰੇ ਸਾਨੂੰ ਕੁਐਸਚਨ ਵੀ ਆਇਆ ਸੀਗਾ, ਠੀਕ ਆ। ਜਿਹੜਾ ਰਿਗਵੇਦ ਦਾ 10ਵਾਂ ਮੰਡਲ ਆ ਨਾ, ਜਿਹੜਾ ਰਿਗਵੇਦ ਦਾ 10ਵਾਂ ਮੰਡਲ ਆ, ਰਿਗਵੇਦ ਦੇ 10ਵੇਂ ਮੰਡਲ ਦੇ ਵਿੱਚ ਆਪਾਂ ਕੀ ਕੀਤਾ ਵੀ ਇਹਦੇ 10 ਮੰਡਲ ਆ ਰਿਗਵੇਦ ਦੇ। ਜਿਹੜਾ ਆਖਰੀ ਮੰਡਲ ਆ ਨਾ, 10ਵਾਂ ਮੰਡਲ ਆ ਜਿਹੜਾ ਰਿਗਵੇਦ ਦਾ, ਉਹਦੇ ਵਿੱਚ ਕਿਹਾ ਗਿਆ ਵਾ ਕਿ ਜਿਹੜਾ ਸੋਮ ਆ ਉਹ ਇੱਕ ਦੇਵਤੇ ਦਾ ਨਾਮ ਆ ਤੇ ਉਹ ਕੀ ਆ, ਉਹ ਇੱਕ ਪੌਦਾ ਵਾ। ਉਸ ਪੌਦੇ ਨੂੰ ਦੇਵਤੇ ਦਾ ਰੂਪ ਉਹਨਾਂ ਨੇ ਦਿੱਤਾ ਵਾ ਵੀ ਉਹ ਦੇਵਤੇ ਦਾ ਰੂਪ ਮੰਨਦੇ ਉਸ ਪੌਦੇ ਨੂੰ। ਤੇ ਉਹ ਪੌਦਾ ਕਾਹਦੇ ਵਾਸਤੇ ਆ, ਅਲਕੋਹਲ ਵਾਸਤੇ ਆ, ਠੀਕ ਹੈ। ਉਸ ਪੌਦੇ ਤੋਂ ਅਲਕੋਹਲ ਤਿਆਰ ਹੁੰਦੀ ਸੀ। ਕਹਿੰਦੇ ਵੀ ਜਦੋਂ ਕੋਈ ਵੱਡੇ ਸਮਾਗਮ ਜਿੱਦਾਂ ਅੱਜ ਕੱਲ੍ਹ ਫੰਕਸ਼ਨ ਹੁੰਦੇ, ਕੋਈ ਏਦਾਂ ਦਾ ਪ੍ਰੋਗਰਾਮ ਉਦੋਂ ਹੁੰਦਾ ਸੀ ਤਾਂ ਲੋਕ ਉਦੋਂ ਸੋਮ ਨਾਂ ਦੀ ਡਰਿੰਕ ਜਿਹੜੀ ਸੀ ਪੀਂਦੇ ਸੀ। ਇਹ ਇੱਕ ਦੇਵਤਾ ਸੀ ਉਹਨਾਂ ਦਾ, ਜਾਂ ਕਹਿ ਲਓ ਵੀ ਇੱਕ ਪੌਦੇ ਦਾ ਨਾਂ ਸੀ, ਜਾਂ ਏਦਾਂ ਕਹਿ ਲਓ ਵੀ ਪੌਦੇ ਦੇ ਰੂਪ ਦੇ ਵਿੱਚ ਉਹ ਇੱਕ ਪੌਦੇ ਨੂੰ ਜਿਹੜਾ ਵਾ ਦੇਵਤੇ ਦੇ ਰੂਪ ਵਿੱਚ ਉਹ ਕੀ ਕਰਦੇ ਸੀ, ਪੂਜਦੇ ਸੀ। ਸੋ ਇਹ ਸੋਮ ਨਾਂ ਦਾ ਜਿਹੜਾ ਕਨਸੈਪਟ ਹੈ ਇਹ ਤੁਸੀਂ ਯਾਦ ਰੱਖਣਾ, ਠੀਕ ਆ। ਉਸ ਤੋਂ ਬਾਅਦ ਸਾਡੇ ਸਮਾਜਿਕ ਪੱਖ ਦੇ 3 ਕੁ ਕਨਸੈਪਟ ਹੋਰ ਰਹਿ ਗਏ। ਗਵਿਸਥੀ, ਠੀਕ ਆ। ਜਿਹੜੀ ਜੇ ਆਪਾਂ ਜਾਨਵਰਾਂ ਦੀ ਗੱਲ ਕਰੀਏ ਤੇ ਗਾਂ ਬੜੀ ਅਹਿਮ ਮੰਨੀ ਜਾਂਦੀ ਸੀ ਵੈਦਿਕ ਕਾਲ ਦੇ ਵਿੱਚ, ਠੀਕ ਆ। ਗਾਂ ਦਾ ਦੁੱਧ ਤੋਂ ਕਹਿ ਲਓ ਵੀ ਉਹਦੇ ਦੁੱਧ ਤੋਂ ਹੋਰ ਪਦਾਰਥ ਤਿਆਰ ਕਰਨੇ, ਜਾਂ ਕਹਿ ਲਓ ਵੀ ਗਾਂ ਦੀ ਇੱਕ ਮਾਤਾ ਸਮਝ ਕੇ ਪੂਜਾ ਕਰਨੀ, ਅੱਜ ਵੀ ਕਰਦੇ ਨੇ, ਠੀਕ ਆ। ਤੇ ਜਿਹੜੀਆਂ ਗਾਵਾਂ ਮਤਲਬ ਗਾਵਾਂ ਹੀ ਗਾਂ ਜਿਹੜੀ ਉਹਨਾਂ ਦੀ ਮੇਨ ਸੋਰਸ ਹੁੰਦੀ ਸੀ, ਠੀਕ ਆ। ਕਮਾਈ ਦਾ ਕਹਿ ਲਓ, ਕੋਈ ਆਰਥਿਕ ਸਾਧਨ ਜਾਂ ਜੋ ਵੀ ਆ, ਹਨਾ। ਗਾਂ ਜਿਹੜੀ ਉਹਨਾਂ ਦੀ ਮੇਨ ਕਹਿ ਲਓ ਵੀ ਹੁੰਦੀ ਸੀ, ਠੀਕ ਆ। ਤੇ ਜਿਹੜੀਆਂ ਗਾਵਾਂ ਨੂੰ ਲੈ ਕੇ ਲੜਾਈਆਂ ਹੁੰਦੀਆਂ ਸੀ ਉਹਨਾਂ ਨੂੰ ਗਵਿਸਥੀ ਕਿਹਾ ਜਾਂਦਾ ਸੀ, ਗਾਂ ਨੂੰ ਨਹੀਂ ਕਹਿੰਦੇ ਸੀ, ਠੀਕ ਆ। ਇਹ ਨਾ ਹੋਵੇ ਉੱਥੇ ਇਹ ਟਿਕ ਕਰ ਆਇਓ ਵੀ ਗਾਂ ਨੂੰ ਕਹਿੰਦੇ ਸੀ, ਨਹੀਂ, ਠੀਕ ਆ। ਗਵਿਸਥੀ ਕਿਹਨੂੰ ਕਹਿੰਦੇ ਸੀ, ਗਾਵਾਂ ਦੇ ਬਦਲੇ ਜਿਹੜੀਆਂ ਲੜਾਈਆਂ ਹੁੰਦੀਆਂ ਸੀ, ਗਾਵਾਂ ਦਾ ਕਰਕੇ ਜਿਹੜੀਆਂ ਲੋਕਾਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ ਉਹਨੂੰ ਗਵਿਸਥੀ ਕਹਿੰਦੇ ਸੀ। ਉਸ ਤੋਂ ਬਾਅਦ ਗੱਲ ਆ ਗਈ ਬੱਗਾ ਕਿਹਨੂੰ ਕਹਿੰਦੇ ਸੀ, ਠੀਕ ਆ। ਜਦੋਂ ਗਾਵਾਂ ਦੇ ਬਦਲੇ ਲੜਾਈਆਂ ਹੁੰਦੀਆਂ ਸੀ, ਠੀਕ ਆ। ਇੱਕ ਤੇ ਆਪਾਂ ਪੜ੍ਹਿਆ ਵੀ ਗਾਵਾਂ ਦੇ ਬਦਲੇ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਉਹ ਲੜਾਈਆਂ ਨੂੰ ਕੀ ਕਹਿੰਦੇ ਸੀ, ਗਵਿਸਥੀ। ਤੇ ਫਿਰ ਉਸ ਲੜਾਈ ਦੇ ਵਿੱਚ ਜਿਹੜੀਆਂ ਗਾਵਾਂ ਜਿੱਤ ਲਈਆਂ ਜਾਂਦੀਆਂ ਸੀ ਉਹਨਾਂ ਨੂੰ ਕਹਿੰਦੇ ਸੀ ਬੱਗਾ, ਠੀਕ ਆ। ਜਿੱਤੀਆਂ ਗਾਵਾਂ, ਠੀਕ ਆ। ਗਵਿਸਥੀ ਯਾਨੀ ਕਿ ਜਿਹੜੀਆਂ ਲੜਾਈਆਂ ਕੀਤੀਆਂ ਜਾਂਦੀਆਂ ਸੀ ਗਾਵਾਂ ਬਦਲੇ ਉਹਨੂੰ ਕੀ ਕਹਿੰਦੇ ਸੀ, ਗਵਿਸਥੀ। ਤੇ ਠੀਕ ਆ, ਜਦੋਂ ਗਾਵਾਂ ਜਿੱਤ ਲਈਆਂ ਜਾਂਦੀਆਂ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਬੱਗਾ, ਠੀਕ ਆ। ਇਹ ਤੁਸੀਂ ਧਿਆਨ ਰੱਖਣਾ। ਬਾਲੀ, ਰੱਖਿਆ ਦੇ ਬਦਲੇ ਕਰ ਦੇਣਾ, ਠੀਕ ਆ। ਰੱਖਿਆ ਫੋਰ ਐਗਜ਼ਾਮਪਲ ਕੋਈ ਵੀ ਬੰਦਾ ਆ, ਠੀਕ ਆ, ਕੋਈ ਰਾਜਾ ਆ ਜਾਂ ਕੋਈ ਵੀ ਏਦਾਂ ਦਾ ਬੰਦਾ ਆ, ਹਨਾ। ਜਿੱਦਾਂ ਮੰਨ ਲਓ ਕੋਈ ਮਤਲਬ ਜਿਵੇਂ ਮੈਂ ਆ, ਠੀਕ ਆ। ਜੇ ਮੈਂ ਉਸ ਸਮੇਂ ਦੀ ਗੱਲ ਕਰਾਂ, ਹਨਾ, ਤੇ ਮਤਲਬ ਕਿ ਮੈਨੂੰ ਆਪਣੀ ਸੁਰੱਖਿਆ ਦੀ ਲੋੜ ਆ ਵੀ ਮੈਂ ਆਪਣੀ ਸੁਰੱਖਿਆ ਚਾਹੁੰਦੀ ਹਾਂ, ਹਨਾ। ਕੋਈ ਵੀ ਬੰਦਾ ਵਾ ਜਿਹੜਾ ਆਪਦੀ ਸੁਰੱਖਿਆ ਚਾਹੁੰਦਾ, ਉਸ ਸਮੇਂ ਆਪਾਂ ਗੱਲ ਕਰੀਏ ਵੈਦਿਕ ਕਾਲ ਦੀ ਆਪਾਂ ਗੱਲ ਕਰੀਏ ਤੇ ਜੇ ਉਹਨੇ ਕੋਈ ਸਮਝ ਲਓ ਕਿ ਕੋਈ ਉਹਨੇ ਆਪਣਾ ਦਾਸ ਰੱਖਣਾ ਵਾ, ਜਾਂ ਕੋਈ ਉਹਨੇ ਆਪਣਾ, ਜੇ ਆਪਾਂ ਅੱਜ ਦੇ ਸਮੇਂ ਦੀ ਆਪਾਂ ਬਾਡੀਗਾਰਡ ਦੀ ਗੱਲ ਕਰ ਲਈ ਤਾਂ ਉਹਨੂੰ ਆਪਣੀ ਰੱਖਿਆ ਦੇ ਬਦਲੇ ਕਰ ਦੇਣਾ ਪੈਂਦਾ ਸੀ, ਟੈਕਸ ਦੇਣਾ ਪੈਂਦਾ ਸੀ। ਉਹਨੂੰ ਕੀ ਕਹਿੰਦੇ ਸੀ, ਉਹਨੂੰ ਬਾਲੀ ਕਹਿੰਦੇ ਸੀ। ਇਹ ਤੁਸੀਂ ਯਾਦ ਰੱਖਣਾ। ਬਾਲੀ ਕੀ ਸੀ, ਰੱਖਿਆ ਦੇ ਬਦਲੇ ਦੇਣ ਵਾਲਾ ਕਰ। ਬਾਲੀ ਕੀ ਸੀ, ਰੱਖਿਆ ਦੇ ਬਦਲੇ ਵਿੱਚ ਦੇਣ ਵਾਲਾ ਕਰ, ਠੀਕ ਹੈ। ਇਹ ਸਮਾਜਿਕ ਪੱਖ ਦੀਆਂ ਇਹ 2-4 ਗੱਲਾਂ ਵੀ ਤੁਸੀਂ ਯਾਦ ਰੱਖਣਾ। ਹੁਣ ਤੁਸੀਂ ਆ ਜਾਓ ਧਾਰਮਿਕ ਪੱਖ ਤੇ, ਠੀਕ ਹੈ। ਧਾਰਮਿਕ ਪੱਖ ਕਹਿੰਦਾ ਹੈਗਾ ਵੀ ਸਾਨੂੰ ਰਿਗਵੇਦ ਦੇ ਵਿੱਚ 33 ਦੇਵਤਿਆਂ ਦਾ ਜ਼ਿਕਰ ਮਿਲਦਾ ਵਾ, ਠੀਕ ਆ। ਪਰ ਆਪਾਂ ਇੱਥੇ 33 ਦੇ 33 ਨਹੀਂ ਪੜ੍ਹਨੇ। ਸਾਨੂੰ ਰਿਗਵੇਦ ਦੇ ਵਿੱਚ 33 ਦੇਵਤਿਆਂ ਦਾ ਜ਼ਿਕਰ ਮਿਲਦਾ ਵਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇੰਦਰ ਦੀ, ਠੀਕ ਆ। ਇਕੱਲੇ ਦੇਵਤੇ ਦਾ ਨਾਮ ਯਾਦ ਰੱਖਣਾ। ਉਹ ਕਿਉਂਕਿ ਜਦੋਂ ਅਸੀਂ ਅੱਗੇ ਜਾ ਕੇ ਉੱਤਰ ਵੈਦਿਕ ਕਾਲ ਪੜਾਂਗੇ ਨਾ, ਉਹਦੇ ਵਿੱਚ ਉਹਨਾਂ ਦੇ ਦੇਵਤੇ ਬਦਲ ਜਾਣੇ ਆ। ਰਿਗਵੇਦਿਕ ਕਾਲ ਦੇ ਵਿੱਚ ਦੇਵਤੇ ਕੋਈ ਹੋਰ ਸੀ, ਪਰ ਉੱਤਰ ਵੈਦਿਕ ਕਾਲ ਦੇ ਵਿੱਚ ਦੇਵਤੇ ਕੁਛ ਹੋਰ। ਇਸ ਕਰਕੇ ਹਰ ਇੱਕ ਪੁਆਇੰਟ ਜਿਹੜਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ, ਠੀਕ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਵਾ ਇੰਦਰ, ਠੀਕ ਆ। ਇੰਦਰ ਜਿਹੜਾ ਵਾ ਇਹਨੂੰ ਯੁੱਧ ਦਾ ਵਰਖਾ ਵੀ, ਯੁੱਧ ਦਾ
ਯੁੱਧ ਦਾ ਦੇਵਤਾ ਵੀ ਮੰਨਿਆ ਜਾਂਦਾ ਸੀ ਤੇ ਇਹਨੂੰ ਵਰਖਾ ਦਾ ਦੇਵਤਾ ਵੀ ਮੰਨਿਆ ਜਾਂਦਾ ਸੀ। ਉਸ ਤੋਂ ਬਾਅਦ ਆ ਜਾਂਦਾ ਸੋਮ ਦਾ। ਸੋਮ ਬਾਰੇ ਤਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਸੋਮ ਜਿਹੜਾ ਸੀ ਕੀ ਸੀ, ਪੌਦਿਆਂ ਦਾ ਦੇਵਤਾ ਸੀ। ਠੀਕ ਆ। ਉਸ ਤੋਂ ਬਾਅਦ ਆ ਜਾਂਦਾ ਵਰੁਣ, ਪਾਣੀ ਦਾ ਦੇਵਤਾ। ਇਹਦੇ ਬਾਰੇ ਨਾ ਇੱਕ ਮੈਂ ਤੁਹਾਨੂੰ ਟ੍ਰਿਕ ਦੱਸ ਦਿੰਦੀ ਹਾਂ ਵੀ ਤੁਸੀਂ ਕਿਵੇਂ ਯਾਦ ਰੱਖਣਾ ਵਰੁਣ ਬਾਰੇ। ਠੀਕ ਆ। ਜਦੋਂ ਅਸੀਂ ਜਿਓਗ੍ਰਾਫੀ ਦੇ ਵਿੱਚ ਗ੍ਰਹਿਆਂ ਦੇ ਬਾਰੇ ਪੜ੍ਹਦੇ ਹਾਂ, ਠੀਕ ਆ, ਜਦੋਂ ਅਸੀਂ ਸਭ ਤੋਂ ਲਾਸਟ ਵਾਲਾ ਗ੍ਰਹਿ ਪੜ੍ਹਦੇ ਹਾਂ ਤੇ ਅਸੀਂ ਕੀ ਪੜ੍ਹਦੇ ਹਾਂ, ਵਰੁਣ। ਠੀਕ ਆ। ਸਭ ਤੋਂ ਅਖੀਰ ਵਾਲਾ ਗ੍ਰਹਿ ਕਿਹੜਾ ਆ, ਵਰੁਣ। ਤੇ ਵਰੁਣ ਬਾਰੇ ਅਸੀਂ ਕੀ ਕਰਦੇ ਵੀ ਵਰੁਣ ਜਿਹੜਾ ਵਾ ਸੂਰਜ ਤੋਂ ਸਭ ਤੋਂ ਦੂਰ ਹੈ ਤੇ ਕਾਫੀ ਠੰਡਾ ਗ੍ਰਹਿ ਹੈ। ਠੀਕ ਆ। ਕੋਲਡੈਸਟ ਪਲੈਨਟ ਇਹਨੂੰ ਮੰਨਿਆ ਜਾਂਦਾ ਹੈ ਵਰੁਣ ਨੂੰ। ਠੀਕ ਆ। ਤੇ ਇੱਥੇ ਵੀ ਕੀ ਲਿਖਿਆ, ਵਰੁਣ ਪਾਣੀ, ਪਾਣੀ ਤੋਂ ਤੁਸੀਂ ਠੰਡਾ ਤੇ ਵਰੁਣ ਤੋਂ ਤੁਸੀਂ ਏਦਾਂ ਤੇ ਤੁਹਾਨੂੰ ਯਾਦ ਰਹਿਣਾ ਕਿਉਂਕਿ ਸੂਰਜ ਤੋਂ ਸਭ ਤੋਂ ਦੂਰ ਆਏ ਤੇ ਸਭ ਤੋਂ ਕੋਲਡ ਪਲੈਨਟ ਆ ਵਰੁਣ ਆ। ਠੀਕ ਆ। ਇਹ ਤੇ ਪਾਣੀ ਦੀ ਬਹੁਤ ਹੀ ਜ਼ਿਆਦਾ ਬਹੁਤਾਤ ਆ। ਠੀਕ ਆ। ਇਸੇ ਕਰਕੇ ਵਰੁਣ ਜਿਹੜਾ ਵਾ ਇਹਨੂੰ ਪਾਣੀ ਦਾ ਦੇਵਤਾ ਮੰਨਿਆ ਜਾਂਦਾ ਵਾ। ਸੂਰਜ ਤੋਂ ਸੂਰਜ ਇਹ ਵੀ ਤੁਹਾਨੂੰ ਯਾਦ ਰਹਿਣਾ। ਠੀਕ ਆ। ਸੂਰਜ ਦੇਵਤਾ। ਰੁਦਰ। ਠੀਕ ਆ। ਰੁਦਰ ਸੀਗਾ ਜਾਨਵਰਾਂ ਦਾ ਦੇਵਤਾ। ਰੁਦਰ ਕੀ ਸੀ, ਜਾਨਵਰਾਂ ਦਾ ਦੇਵਤਾ। ਦਾਸ। ਠੀਕ ਆ। ਸਭ ਤੋਂ ਪੁਰਾਣਾ ਦੇਵਤਾ ਜਿਹੜਾ ਵਾ ਦਾਸ ਨੂੰ ਮੰਨਿਆ ਜਾਂਦਾ ਵਾ। ਠੀਕ ਆ। ਜਦੋਂ ਅਸੀਂ ਬ੍ਰਹਮਾ ਦੀ ਗੱਲ ਕਰਦੇ ਹਾਂ ਨਾ, ਭਗਵਾਨ ਬ੍ਰਹਮਾ ਦੀ ਗੱਲ ਕਰਦੇ, ਜੇ ਆਪਾਂ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਉਹ ਬ੍ਰਹਮਾ ਨੂੰ ਸਭ ਤੋਂ ਉੱਚਾ ਮੰਨਦੇ ਆ। ਠੀਕ ਆ। ਉਹ ਬ੍ਰਹਮਾ ਨੂੰ ਹੀ ਉਹ ਦਾਸ ਦਾ ਰੂਪ ਮੰਨਦੇ ਆ ਤੇ ਉਹ ਮੰਨਦੇ ਆ, ਕਹਿੰਦੇ ਵੀ ਸ੍ਰਿਸ਼ਟੀ ਦੀ ਜਿਹੜੀ ਸਾਜਨਾ ਕਹਿ ਲਓ ਵੀ ਸ੍ਰਿਸ਼ਟੀ ਦੀ ਜਿਹੜੀ ਹੋਂਦ ਆ ਉਹ ਦਾਸ ਨੇ ਕੀਤੀ ਵੀ ਦਾਸ ਨੇ, ਮਤਲਬ ਇਹ ਸਭ ਤੋਂ ਪੁਰਾਣਾ ਵਾ ਤੇ ਬ੍ਰਹਮਾ ਦਾ ਰੂਪ ਜਿਹੜਾ ਮੰਨਿਆ ਜਾਂਦਾ ਵਾ। ਠੀਕ ਆ। ਜੰਮ ਦੀ ਗੱਲ ਕਰੀਏ, ਠੀਕ ਆ, ਸੌਰੀ, ਜੰਮ ਦੀ ਆਪਾਂ ਗੱਲ ਕਰੀਏ ਤੇ ਜੰਮ ਦਾ ਤੇ ਆਪਾਂ ਨੂੰ ਪਤਾ ਹੀ ਆ ਵੀ ਇਹ ਮੌਤ ਦਾ ਦੇਵਤਾ ਵਾ। ਠੀਕ ਆ। ਕਹਿੰਦੇ ਨੀ ਹੁੰਦੇ ਵੀ ਜੰਮ ਬਣ ਕੇ ਟੱਕਰਿਆ, ਹਨਾ। ਉਹੀ ਬਸ ਉਹੀ ਚੀਜ਼ ਆ। ਇੱਥੋਂ ਤੁਸੀਂ ਯਾਦ ਰੱਖ ਲਿਓ ਵੀ ਜੰਮ ਜਿਹੜਾ ਵਾ ਉਹ ਮੌਤ ਦਾ ਦੇਵਤਾ ਆ। ਠੀਕ ਆ। ਉਸ ਤੋਂ ਬਾਅਦ ਸਾਡਾ ਆ ਜਾਂਦਾ ਵਾ ਅਸ਼ਵਨ। ਠੀਕ ਆ। ਸਿਹਤ ਤੇ ਜਵਾਨੀ ਦਾ ਦੇਵਤਾ। ਹੁਣ ਇੱਥੇ ਤੁਸੀਂ ਇਹ ਗੱਲ ਯਾਦ ਰੱਖਣੀ ਵੀ ਜਿਹੜੇ ਬੰਦੇ ਨੇ ਆਪਣੀ ਸਿਹਤ ਵਧੀਆ ਬਣਾਉਣੀ ਹੁੰਦੀ ਸੀ, ਠੀਕ ਆ, ਮਤਲਬ ਸਿਹਤ ਪੱਖੋਂ ਵਧੀਆ ਰਿਸ਼ਟ ਪੁਸ਼ਟ ਰਹਿਣਾ ਚਾਹੁੰਦਾ ਹੁੰਦਾ ਸੀ ਤਾਂ ਉਹ ਅਸ਼ਵਨ ਦੀ ਪੂਜਾ ਕਰਦਾ ਹੁੰਦਾ ਸੀ। ਅਸ਼ਵਨ ਦੇਵਤੇ ਦੀ ਪੂਜਾ ਕਰਦਾ ਹੁੰਦਾ ਸੀ। ਕਿਹੜਾ ਬੰਦਾ, ਜਿਹੜਾ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਰਹਿਣਾ ਚਾਹੁੰਦਾ ਹੁੰਦਾ ਸੀ ਉਹ ਅਸ਼ਵਨ ਦੇਵਤੇ ਦੀ ਪੂਜਾ ਜਿਹੜੀ ਸੀ ਕਰਦਾ ਹੁੰਦਾ ਸੀ। ਠੀਕ ਹੈ। ਇਹ ਪੁਆਇੰਟ ਤੁਸੀਂ ਯਾਦ ਰੱਖ ਲਿਓ। ਅੱਗੇ ਤੁਸੀਂ ਆ ਜਾਓ ਆਰਥਿਕ ਪੱਖ ਤੇ। ਠੀਕ ਆ। ਮੈਂ ਤੁਹਾਨੂੰ ਜਿੱਦਾਂ ਇੱਥੇ ਦੱਸਿਆ ਵੀ ਤੁਹਾਨੂੰ ਕੱਲੇ ਦੇਵਤੇ ਦਾ ਨਾਮ ਯਾਦ ਰੱਖਣਾ ਪੈਣਾ ਵਾ ਕਿਉਂਕਿ ਤੁਹਾਨੂੰ ਭੁਲੇਖਾ ਉਦੋਂ ਪਾਉਣਾ ਪੈਣਾ ਵਾ ਜਦੋਂ ਤੁਸੀਂ ਉੱਤਰ ਵੈਦਿਕ ਕਾਲ ਤੇ ਜਾਓਗੇ, ਉੱਥੇ ਦੇਵਤਿਆਂ ਦੇ ਨਾਮ ਕੁਝ ਹੋਰ ਹੋਣੇ ਆ। ਠੀਕ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਆਰਥਿਕ ਪੱਖ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਉੱਤਰ ਵੈਦਿਕ ਕਾਲ ਪੜਾਂਗੇ ਤੇ ਉਹਨਾਂ ਦਾ ਪ੍ਰਮੁੱਖ ਕਿੱਤਾ ਖੇਤੀਬਾੜੀ ਹੋ ਜਾਣਾ। ਪਰ ਆਪਾਂ ਕੀ ਪੜ੍ਹ ਰਹੇ ਹਾਂ, ਆਪਾਂ ਰਿਗਵੇਦਿਕ ਕਾਲ ਪੜ੍ਹ ਰਹੇ ਹਾਂ। ਰਿਗਵੇਦਿਕ ਕਾਲ ਦੇ ਵਿੱਚ ਇਹਨਾਂ ਦਾ ਕਿੱਤਾ ਪਹਿਲਾ ਪਸ਼ੂ ਪਾਲਣ ਸੀ। ਪਹਿਲੇ ਨੰਬਰ ਤੇ ਇਹਨਾਂ ਦਾ ਪ੍ਰਮੁੱਖ ਕਿੱਤਾ ਪਸ਼ੂ ਪਾਲਣ ਸੀ। ਦੂਜੇ ਨੰਬਰ ਤੇ ਇਹਨਾਂ ਦਾ ਕਿੱਤਾ ਖੇਤੀਬਾੜੀ ਹੋਣਾ। ਪਰ ਜਦੋਂ ਅਸੀਂ ਉੱਤਰ ਵੈਦਿਕ ਕਾਲ ਪੜਾਂਗੇ ਤੇ ਉਹਦੇ ਵਿੱਚ ਉੱਪਰ ਨੀਚੇ ਹੋ ਜਾਣਾ ਵਾ। ਉਹਨਾਂ ਦਾ ਪ੍ਰਮੁੱਖ ਕਿੱਤਾ ਖੇਤੀਬਾੜੀ ਹੋ ਜਾਣਾ ਵਾ ਤੇ ਦੂਜੇ ਨੰਬਰ ਤੇ ਪਸ਼ੂ ਪਾਲਣ ਹੋ ਜਾਣਾ। ਠੀਕ ਹੈ। ਇਹ ਪੁਆਇੰਟ ਨੂੰ ਤੁਸੀਂ ਯਾਦ ਰੱਖ ਲਓ। ਠੀਕ ਆ। ਉਸ ਤੋਂ ਬਾਅਦ ਆ ਜਾਂਦੇ ਪ੍ਰਮੁੱਖ ਗਹਿਣਿਆਂ ਦੀ ਗੱਲ ਕਰਾਂਗੇ। ਨਿਸ਼ਕ। ਠੀਕ ਆ। ਨਿਸ਼ਕ ਜਿਹੜਾ ਵਾ ਨਾ ਇੱਕ ਗਰਦਨ ਤੇ ਪਾਉਣ ਵਾਲਾ ਗਹਿਣਾ ਸੀ। ਠੀਕ ਆ। ਇਹ ਚੀਜ਼ ਸਾਨੂੰ ਰਿਗਵੇਦ ਦੱਸਦਾ ਵਾ ਕਿ ਨਿਸ਼ਕ ਜਿਹੜਾ ਵਾ ਇੱਕ ਗਰਦਨ ਤੇ ਪਾਉਣ ਵਾਲਾ ਗਹਿਣਾ ਸੀ। ਪਰ ਹੌਲੀ ਹੌਲੀ ਇਹ ਜਿਹੜਾ ਵਾ ਕਰੰਸੀ ਦਾ ਰੂਪ ਧਾਰਨ ਕਰ ਗਿਆ ਸੀ। ਜਿਹੜਾ ਨਿਸ਼ਕ ਨਾਂ ਦਾ ਗਹਿਣਾ ਵਾ ਗਰਦਨ ਤੇ ਪਾਉਣ ਵਾਲਾ, ਹੌਲੀ ਹੌਲੀ ਇਹ ਕਰੰਸੀ ਦਾ ਰੂਪ ਧਾਰਨ ਕਰ ਗਿਆ ਸੀ। ਠੀਕ ਆ। ਉਸ ਤੋਂ ਬਾਅਦ ਮੈਂ ਦੋ ਤਰ੍ਹਾਂ ਦੀ ਜ਼ਮੀਨ ਦੀ ਗੱਲ ਕਰੂੰਗੀ। ਠੀਕ ਆ। ਉਰਵਰਾ ਤੇ ਖਿੱਲੇ। ਉਰਵਰਾ ਤੇ ਖਿੱਲੇ। ਉਰਵਰਾ ਕਿਹੜੀ ਜ਼ਮੀਨ ਹੁੰਦੀ ਸੀ, ਉਹ ਜ਼ਮੀਨ ਜਿਹੜੀ ਖੇਤੀਯੋਗ ਹੈਗੀ ਆ ਜਾਂ ਕਹਿ ਲਓ ਵੀ ਜਿਹੜੀ ਬੰਜਰ ਨਹੀਂ ਹੈਗੀ। ਠੀਕ ਆ। ਜਿਹਦੇ ਤੇ ਖੇਤੀ ਕੀਤੀ ਜਾ ਸਕਦੀ ਆ, ਉਸ ਜ਼ਮੀਨ ਨੂੰ ਕੀ ਕਿਹਾ ਜਾਂਦਾ ਸੀ, ਉਰਵਰਾ ਕਿਹਾ ਜਾਂਦਾ ਸੀ। ਜੇ ਆਪਾਂ ਖਿੱਲੇ ਦੀ ਗੱਲ ਕਰੀਏ, ਠੀਕ ਹੈ, ਜਿੱਥੇ ਮਤਲਬ ਪਿੰਡ ਦੀ ਸਾਂਝੀ ਜ਼ਮੀਨ ਹੁੰਦੀ ਸੀ। ਠੀਕ ਆ। ਘਾਹ ਦੇ ਮੈਦਾਨ ਹੁੰਦੇ ਸੀ ਜਿੱਥੇ ਪਿੰਡ ਦੇ ਸਾਰੇ ਲੋਕਾਂ ਦੇ ਪਸ਼ੂ ਜਿਹੜੇ ਸੀ ਇੱਕ ਥਾਂ ਤੇ ਸਾਂਝੀ ਜਗ੍ਹਾ ਤੇ ਚਰਦੇ ਸੀ। ਠੀਕ ਆ। ਉਹਨੂੰ ਖਿਲੇ ਕਹਿੰਦੇ ਸੀ, ਯਾਨੀ ਕਿ ਘਾਹ ਦੇ ਮੈਦਾਨ, ਜਾਂ ਏਦਾਂ ਵੀ ਆ ਸਕਦਾ ਵਾ ਵੀ ਪਿੰਡ ਦੇ ਲੋਕਾਂ ਦੀ ਸਾਂਝੀ ਜ਼ਮੀਨ। ਉਸ ਤੋਂ ਬਾਅਦ ਆਉਂਦਾ ਸ਼ਪਸ਼। ਸ਼ਪਸ਼ ਕੌਣ ਹੁੰਦੇ ਸੀ, ਜਸੂਸ। ਠੀਕ ਆ। ਜਿਹੜੇ ਜਸੂਸ ਹੁੰਦੇ ਸੀ ਉਹਨਾਂ ਨੂੰ ਸ਼ਪਸ਼ ਕਹਿੰਦੇ ਸੀ। ਸ਼ਪਸ਼ ਕਿਹਾ ਗਿਆ ਵਾ ਰਿਗਵੇਦ ਦੇ ਵਿੱਚ ਜਸੂਸਾਂ ਨੂੰ। ਠੀਕ ਆ। ਉਸ ਤੋਂ ਬਾਅਦ ਇਹਨਾਂ ਦੇ ਉਰਗ। ਉਰਗ ਕੌਣ ਸੀ, ਪੁਲਿਸ ਅਧਿਕਾਰੀ। ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਨੂੰ ਰਿਗਵੇਦ ਦੇ ਵਿੱਚ ਉਰਗ ਕਿਹਾ ਗਿਆ ਵਾ। ਠੀਕ ਆ। ਉਸ ਤੋਂ ਬਾਅਦ ਲਾਸਟ ਸਾਡਾ ਪੁਆਇੰਟ ਹੈਗਾ ਵਾ, ਤਾਂਬੇ ਨੂੰ ਇਆਸ ਕਹਿੰਦੇ ਸੀ। ਤੇ ਯਾਦ ਰੱਖਿਓ ਇਹਦੇ ਵਿੱਚ ਮੇਨ ਚੀਜ਼ ਇੱਥੋਂ ਕੁਐਸਚਨ ਆਉਣਾ ਵਾ। ਠੀਕ ਆ।
ਜਿਹੜੇ ਰਿਗਵੈਦਿਕ ਕਾਲ ਦੇ ਲੋਕ ਸੀ, ਆਪਾਂ ਕੀ ਪੜ੍ਹ ਰਹੇ ਹਾਂ? ਰਿਗਵੈਦਿਕ ਕਾਲ, ਨਾ ਕਿ ਆਪਾਂ ਉੱਤਰਵੈਦਿਕ ਕਾਲ। ਉੱਤਰਵੈਦਿਕ ਕਾਲ ਅਜੇ ਆਪਾਂ ਪੜ੍ਹਨਾ ਵਾ, ਅਗਲੀ ਕਲਾਸ 'ਚ ਪੜ੍ਹਾਂਗੇ, ਠੀਕ ਆ। ਜਿਹੜੇ ਰਿਗਵੈਦਿਕ ਕਾਲ ਵਾਲੇ ਆ, ਇਹ ਤਾਂਬੇ ਦੇ ਬਾਰੇ ਜਾਣਦੇ ਸੀ, ਪਰ ਇਹ ਕਿਹੜੀ ਧਾਤ ਬਾਰੇ ਨਹੀਂ ਸੀ ਜਾਣਦੇ, ਇਹ ਲੋਹੇ ਬਾਰੇ ਨਹੀਂ ਸੀ ਜਾਣਦੇ। ਇਹ ਪੁਆਇੰਟ ਵੈਰੀ ਇੰਪੋਰਟੈਂਟ ਆ, ਠੀਕ ਆ। ਸਟਾਰ ਮਾਰਕ ਕਰ ਲਓ ਤੁਸੀਂ ਇੱਥੇ। ਲੋਹੇ ਬਾਰੇ ਰਿਗਵੈਦਿਕ ਕਾਲ ਦੇ ਲੋਕ ਨਹੀਂ ਸੀ ਜਾਣਦੇ, ਪਰ ਤਾਂਬੇ ਬਾਰੇ ਜਾਣਦੇ ਸੀ, ਠੀਕ ਆ। ਇਹ ਹੋ ਗਿਆ ਆਪਣਾ ਰਿਗਵੈਦਿਕ ਕਾਲ। ਤੇ ਆਪਾਂ ਰਿਗਵੇਦ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਣੇ ਲਈ ਇੰਪੋਰਟੈਂਟ ਆ PSTET ਦੇ ਪੇਪਰ ਵਾਸਤੇ, ਠੀਕ ਆ, ਉਹ ਆਪਾਂ ਨੇ ਲਈਆਂ ਪੜ੍ਹ। ਤੇ ਮੈਂ ਤੁਹਾਨੂੰ ਇਹ ਚੀਜ਼ ਡੈਫੀਨੇਟਲੀ ਸ਼ੋਰਟੀ ਨਾਲ ਕਹਿੰਦੀ ਆ ਵੀ ਜੇ ਤੁਹਾਨੂੰ ਰਿਗਵੈਦਿਕ ਕਾਲ ਦੇ ਵਿੱਚੋਂ ਕੁਐਸਚਨ ਆਇਆ ਤੇ ਇੱਥੋਂ ਕੁਐਸਚਨ ਬਾਹਰ ਨਹੀਂ ਆਉਣਾ। ਜਿਵੇਂ ਦੀ ਜਿਵੇਂ ਮੈਂ ਕਰਵਾਇਆ ਉਵੇਂ ਦੀ ਉਵੇਂ ਤੁਸੀਂ ਨੋਟਸ ਬਣਾ ਲਓ। ਤੇ ਆਪਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ, ਠੀਕ ਆ। ਬਾਕੀ ਨਾ ਇੱਕ ਚੀਜ਼ ਨਾ, 2-3 ਪੁਆਇੰਟ ਆ ਉਹ ਨਾ, ਮਤਲਬ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸੀ ਸੀ ਵੀ WhatsApp ਚੈਨਲ ਆ, ਠੀਕ ਆ। ਜਿਵੇਂ ਮੈਂ ਮਟੀਰੀਅਲ ਕਰਵਾਇਆ ਨਾ, ਜਿਵੇਂ ਮੈਂ ਕਰਵਾਇਆ, ਜਿਵੇਂ ਅੱਜ ਜਿੰਨਾ ਕੁ ਕਰਵਾਇਆ ਓਨਾ ਕੁ ਮੈਂ WhatsApp ਚੈਨਲ 'ਚ ਸੈਂਡ ਕਰ ਦਿੰਦੀ, ਜਿੰਨੇ ਵੀ ਬੱਚੇ ਜੁੜੇ ਆ, ਠੀਕ ਆ। ਕਹਿਣ ਦਾ ਭਾਵ ਵੀ ਜੇ ਤੁਹਾਨੂੰ ਇਹਦੇ ਰਿਟਨ ਨੋਟਸ ਵੀ ਚਾਹੀਦੇ ਆ ਤੇ ਉਹ ਤੁਹਾਨੂੰ ਮੇਰੇ WhatsApp ਚੈਨਲ 'ਤੇ ਮਿਲਣਗੇ, ਠੀਕ ਆ। ਮੈਂ ਡਿਸਕ੍ਰਿਪਸ਼ਨ ਦੇ ਵਿੱਚ ਚੈਨਲ ਦਾ ਲਿੰਕ ਦਿੱਤਾ ਹੋਇਆ, ਠੀਕ ਆ। ਤੁਸੀਂ ਉਹਦੇ 'ਤੇ ਜਾ ਕੇ ਤੁਸੀਂ ਉਹ ਚੈਨਲ ਜਿਹੜਾ ਵਾ ਜੁਆਇਨ ਕਰ ਲਓ, ਤੁਹਾਨੂੰ ਨੋਟਸ ਮਿਲਦੇ ਜਾਣਗੇ। ਤੇ ਇੱਕ ਰਿਗਵੇਦ ਦੇ ਵਿੱਚ ਨਾ ਆਪਾਂ 2-4 ਚੀਜ਼ਾਂ ਹੋਰ ਪੜ੍ਹਨੀਆਂ, 2 ਕੁ ਪੁਆਇੰਟ ਆ ਛੋਟੇ ਛੋਟੇ, ਵੀ ਉਹਦੇ ਵਿੱਚ ਕਹਿ ਲਓ ਵੀ ਕਿੰਨੀ ਵਾਰੀ ਜ਼ਿਕਰ ਆਇਆ ਮਾਤਾ ਦਾ, ਕਿੰਨੀ ਵਾਰੀ ਜ਼ਿਕਰ ਆਇਆ ਪਿਤਾ ਦਾ, ਕਿੰਨੀ ਵਾਰੀ ਜ਼ਿਕਰ ਆਇਆ ਗਾਂ ਦਾ, ਕਿੰਨੀ ਵਾਰੀ ਜ਼ਿਕਰ ਆਇਆ, ਠੀਕ ਆ। ਉਹ ਇੱਕ ਫੈਕਚੁਅਲ ਜਿਹਾ ਡਾਟਾ ਵਾ, ਠੀਕ ਆ। ਤੇ ਉਹ ਮੈਂ ਤੁਹਾਨੂੰ ਉਸ ਚੈਨਲ 'ਤੇ ਜਿਹੜਾ ਵਾ ਸੈਂਡ ਕਰ ਦੂੰਗੀ, ਠੀਕ ਆ। ਤੇ ਤੁਸੀਂ ਉਹ ਚੈਨਲ ਜਿਹੜਾ ਵਾ ਜ਼ਰੂਰ ਜੁਆਇਨ ਕਰੋ, ਉਹਦੇ 'ਤੇ ਮੈਂ ਤੁਹਾਨੂੰ ਪ੍ਰੋਪਰ ਨੋਟਸ ਦਊਂਗੀ, ਠੀਕ ਆ। ਤੇ ਮੈਂ ਸੈਂਡ ਵੀ ਕਰਦੀ ਹਾਂ, ਠੀਕ ਆ। ਤੇ ਉਹਦੀ ਕੋਈ ਫੀਸ ਨਹੀਂ ਹੈਗੀ, ਨਾ ਤਾਂ ਇਹਨਾਂ ਕਲਾਸਾਂ ਦੀ ਕੋਈ ਫੀਸ ਆ, ਠੀਕ ਆ, ਤੇ ਨਾ ਹੀ ਉਹਨਾਂ ਨੋਟਸ ਦੀ ਕੋਈ ਫੀਸ ਆ। ਸਾਰਾ ਮਟੀਰੀਅਲ ਜਿਹੜਾ ਵਾ ਮੈਂ ਤੁਹਾਨੂੰ ਫ੍ਰੀ 'ਚ ਪ੍ਰੋਵਾਈਡ ਕਰਵਾ ਰਹੀ ਹਾਂ। ਤੇ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਆ ਉਹ ਚੈਨਲ ਜਿਹੜਾ ਵਾ ਤੁਸੀਂ ਜੁਆਇਨ ਕਰ ਲਓ ਤੇ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਸਾਰਿਆਂ ਦਾ ਹੀ ਭਲਾ ਹੋ ਸਕੇ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਫ੍ਰੀ ਦੇ ਵਿੱਚ ਫ੍ਰੀ ਜਿਹੜਾ ਮਟੀਰੀਅਲ ਹੈਗਾ ਆ ਉਹ ਮਿਲ ਸਕੇ। ਤੇ ਮਿਲਦੇ ਹਾਂ ਆਪਾਂ ਅਗਲੀ ਕਲਾਸ ਦੇ ਵਿੱਚ, ਤੇ ਅਗਲੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਉੱਤਰ ਵੈਦਿਕ ਕਾਲ। ਸਤਿ ਸ਼੍ਰੀ ਅਕਾਲ।